ਦੋ ਚੀਜ਼ਾਂ ਜੱਟ ਮੰਗਦਾ, ਘਰ ਦੀ ਸ਼ਰਾਬ ਜਾਂ ਬੰਦੂਕ 12 ਬੋਰ ਦੀ। ਜਾਂ ਇੱਕ ਹੋਰ ਗਾਣਾ ਸੀਗਾ ਵੀ ਬਠਿੰਡੇ ਵਾਲੇ ਰਫਲਾ ਰੱਖਣ ਦੇ ਸ਼ੌਂਕੀ। ਤਾਂ ਉਹ ਪੁਰਾਣੇ ਗਾਣੇ ਵੀ ਅੱਜ ਵੀ ਯੂਜ਼ ਹੁੰਦੇ ਆ ਤੇ ਸੋਸ਼ਲ ਮੀਡੀਆ ਦਾ ਐਂਬਿਟ ਵੀ ਬਹੁਤ ਵੱਡਾ, ਜਿਹ 'ਚ ਮਿਊਜ਼ਿਕ ਲਾ ਕੇ ਰੀਲਾਂ ਬਣਾਈਆਂ ਜਾਂਦੀਆਂ ਨੇ ਟਿਕਟੌਕ ਤੇ, ਇੰਸਟਾਗ੍ਰਾਮ ਤੇ, ਸਾਰਾ ਬ੍ਰਾਂਡਿੰਗ ਹੁੰਦਾ। ਪਰ ਇਹ ਇਹਨਾਂ ਲਾਰਜ ਐਂਬਿਟ ਨੂੰ ਪੁਲਿਸ ਜਾਂ ਸਟੇਟ ਕਿਵੇਂ ਨਜਿੱਠੂਗੀ? ਪੰਜਾਬ ਜਿਹੜਾ ਹੈ, ਜਿਹਦੀ ਆਬਾਦੀ 2% ਹੈ ਭਾਰਤ ਦੀ ਪੂਰੀ ਆਬਾਦੀ ਦੇ ਮੁਕਾਬਲੇ, ਉਸ ਦੇ ਵਿੱਚ ਤਕਰੀਬਨ 10 ਤੋਂ 11% ਹਥਿਆਰ ਉਹਨਾਂ 35 ਲੱਖ ਦੇ ਜਿਹੜੇ ਵੈਪਨਸ ਨੇ ਲਾਇਸੈਂਸੀ ਵੈਪਨ ਨੇ ਇੰਡੀਆ 'ਚ, ਯਾਨੀ ਕਿ 4 ਲੱਖ ਲਾਇਸੈਂਸੀ ਵੈਪਨ ਪੰਜਾਬ ਦੇ ਵਿੱਚ ਹੈ। 391 ਦੇ ਆਸ-ਪਾਸ ਜਿਹੜੇ ਹਥਿਆਰਾਂ ਦੇ ਲਾਇਸੈਂਸੀ ਜਲੰਧਰ ਪੁਲਿਸ ਨੇ ਰੱਦ ਕੀਤੇ ਨੇ। ਜ਼ਿਆਦਾਤਰ ਕ੍ਰਾਈਮ ਤਾਂ ਅਨਰੈਗੂਲੇਟਡ ਵੈਪਨਸ ਦੇ ਨਾਲ ਹੋ ਰਿਹਾ। ਸੋ ਇਹ ਚੀਜ਼ਾਂ ਤਾਂ ਇੱਕ ਤਰੀਕੇ ਦਾ ਦਿਖਾਵਾ ਮਾਤਰ ਹੁੰਦੀਆਂ ਨੇ। ਹੁਣ ਇਹਦਾ ਇੱਕ ਨੁਕਸਾਨ, ਇੱਕ ਫਲਿਪ ਸਾਈਡ ਇਹ ਵੀ ਹੋਣੀ ਹੈ, ਮੈਂ ਤੁਹਾਨੂੰ ਦੱਸਦਾ ਕਿ ਕਈ ਵੈਲਿਡ ਲੋਕ ਜਿਨ੍ਹਾਂ ਨੂੰ ਵਾਕਈ ਖਤਰਾ ਹੋਏਗਾ, ਸ਼ਾਇਦ ਉਹਨਾਂ ਦੇ ਵੀ ਹਥਿਆਰਾਂ ਨੂੰ ਰਿਵਿਊ ਕਰ ਲਿਆ ਜਾਏ। ਹਥਿਆਰ ਨੂੰ ਚੁੱਕਣ ਦਾ, ਹਥਿਆਰ ਨੂੰ ਵਰਤਣ ਦਾ, ਹਥਿਆਰ ਨੂੰ ਰੱਖਣ ਦਾ, ਹਥਿਆਰ ਨੂੰ ਸਾਂਭਣ ਦਾ, ਹਥਿਆਰ ਨੂੰ ਸਮਝਣ ਦਾ ਕਿ ਹਥਿਆਰ ਦਾ ਪਰਪਸ ਕੀ ਹੈ। ਤੁਸੀਂ ਕਿਸੇ ਤਾਲਿਬਾਨ 'ਚ ਜਾਂ ਅਫਗਾਨਿਸਤਾਨ 'ਚ ਨਹੀਂ ਰਹਿ ਰਹੇ ਹੋ ਜਿੱਥੇ ਜੰਗ ਛਿੜੀ ਹੋਈ ਹੈ। ਰੈਡ ਐਫਐਮ ਤੇ ਤੁਹਾਡਾ ਸਵਾਗਤ ਹੈ। ਮੈਂ ਸ਼ੁਭਕਰਮਨ ਧਾਲੀਵਾਲ। ਲਾਅ ਐਂਡ ਆਰਡਰ ਮਸਲੇ ਤੇ ਘਿਰੀ ਪੰਜਾਬ ਸਰਕਾਰ ਨੇ ਗਨ ਕਲਚਰ ਦੇ ਉੱਤੇ ਬੈਨ ਲਾ ਦਿੱਤਾ ਗਿਆ ਹੈ। ਸਰਕਾਰ ਵੱਲੋਂ ਨਵੀਂ ਹਦਾਇਤਾਂ ਆਈਆਂ ਨੇ ਕਿ ਕੋਈ ਵੀ ਗੀਤਕਾਰ, ਸੰਗੀਤਕਾਰ ਆਪਣੇ ਗਾਣਿਆਂ ਅੰਦਰ ਹਥਿਆਰਾਂ ਦੀ ਨੁਮਾਇਸ਼ ਨਹੀਂ ਕਰ ਸਕਦਾ। ਇਹ ਚੀਜ਼ਾਂ ਵਿਆਹਾਂ ਸ਼ਾਦੀਆਂ ਦੇ ਉੱਤੇ ਤੇ ਸੋਸ਼ਲ ਮੀਡੀਆ ਦੇ ਪੋਸਟਾਂ ਦੇ ਉੱਤੇ ਵੀ ਲਾਗੂ ਹੋਣਗੀਆਂ। ਇਸ ਮੁੱਦੇ ਬਾਰੇ ਜਾਂ ਇਸ ਇਸ਼ੂ ਬਾਰੇ ਹੋਰ ਗੱਲਬਾਤ ਕਰਾਂਗੇ ਰੈਡ ਐਫਐਮ ਦੇ ਪੱਤਰਕਾਰ ਰਿਤੇਸ਼ ਲੱਖੀ ਜੀ ਨਾਲ। ਬਹੁਤ ਬਹੁਤ ਧੰਨਵਾਦ ਸ਼ੁਭਕਰਮਨ। ਰਿਤੇਸ਼ ਜੀ, ਸਰਕਾਰ ਨੇ ਬੈਨ ਲਾਇਆ, ਬਲੈਂਕਟ ਬੈਨ ਲਾਇਆ। ਗਾਣਿਆਂ ਦੇ ਅੰਦਰ ਵੈਪਨਸ ਦੀ ਕੋਈ ਵਰਤੋਂ ਨਹੀਂ ਹੋ ਸਕਦੀ, ਜ਼ਿਕਰ ਨਹੀਂ ਹੋ ਸਕਦਾ। ਸੋਸ਼ਲ ਮੀਡੀਆ ਤੇ ਵੀ ਇਹ ਬੈਨ ਐਪਲੀਕੇਬਲ ਹੈ ਵੀ ਕੋਈ ਬੰਦਾ ਜੇ ਅਸਲੇ ਨਾਲ ਫੋਟੋ ਪਾਉਂਦਾ ਹੈ ਉਸ ਤੇ ਵੀ ਕਾਰਵਾਈ ਹੋ ਸਕਦੀ ਹੈ। ਵਿਆਹ ਸ਼ਾਦੀਆਂ ਤੇ ਵੀ ਡਿਸਪਲੇ ਨਹੀਂ ਕਰ ਸਕਦੇ। ਕਿਵੇਂ ਦੇਖਦੇ ਹੋ ਸਰਕਾਰ ਦੇ ਇਸ ਫੈਸਲੇ ਨੂੰ? ਦੇਖੋ ਸ਼ੁਭਕਰਮਨ, ਇਹ ਸਰਕਾਰ ਤਾਂ ਖੈਰ ਮਹੱਤਵਪੂਰਨ ਫੈਸਲਾ ਹੈ, ਦੇਰ ਹੈ ਦੁਰਸਤ ਹੈ ਵਾਲੀ ਗੱਲ ਹੈ। ਹਾਲਾਂਕਿ ਇਹ ਜਿੰਨੀਆਂ ਵੀ ਗਾਈਡਲਾਈਨਸ ਸ਼ਾਇਦ 18 ਨਵੰਬਰ ਦੇ ਆਸ-ਪਾਸ ਪੰਜਾਬ ਸਰਕਾਰ ਵੱਲੋਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ, ਜਦੋਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਰੀਟਰੇਟ ਕੀਤਾ। ਇਹ ਸਾਰੀਆਂ ਗੱਲਾਂ ਬਾਤਾਂ ਪਹਿਲਾਂ ਵੀ ਸਰਕਾਰ ਦੀਆਂ ਡਾਇਰੈਕਸ਼ਨਸ ਵਿੱਚ ਹੈ। ਤੁਹਾਨੂੰ ਯਾਦ ਹੋਏਗਾ ਜਦੋਂ ਭਗਵੰਤ ਮਾਨ ਸਰਕਾਰ ਬਣੀ ਸੀ, ਭਗਵੰਤ ਮਾਨ ਸਰਕਾਰ ਦੇ ਬਣਦਿਆਂ ਹੀ ਪਹਿਲੇ ਹਫ਼ਤੇ ਵਿੱਚ ਸਰਦਾਰ ਭਗਵੰਤ ਮਾਨ ਉਹਨਾਂ ਦਾ ਇੱਕ ਨਿਰਦੇਸ਼ ਆਇਆ ਸੀ, ਜਿਸ ਵਿੱਚ ਉਹਨਾਂ ਨੇ ਕਲਾਕਾਰਾਂ ਨੂੰ, ਫਨਕਾਰਾਂ ਨੂੰ ਕਿਹਾ ਸੀ ਕਿ ਤੁਸੀਂ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ, ਹਿੰਸਾ ਨੂੰ ਪ੍ਰਮੋਟ ਕਰਨ ਵਾਲੇ ਗੀਤ ਨਾ ਗਾਓ। ਜੇ ਅਜਿਹਾ ਕੁਝ ਕਰੋਗੇ ਤਾਂ ਤੁਹਾਡੇ ਖਿਲਾਫ ਕਾਰਵਾਈ ਹੋਏਗੀ। ਸੋ ਉਸੇ ਮੈਂਡੇਟ ਨੂੰ ਥੋੜਾ ਜਿਹਾ ਵੱਖਰੇ ਤਰੀਕੇ ਦੇ ਨਾਲ ਦੁਬਾਰਾ ਦੁਹਰਾਇਆ ਗਿਆ ਤੇ ਇਹ ਪੂਰੀ ਦੀ ਪੂਰੀ ਜਿਹੜੀ ਕਾਰਵਾਈ ਹੈ, ਇਸ ਦਾ ਇੱਕ ਵੱਡਾ ਕਾਰਨ ਸੀ ਉਹ ਘਟਨਾ ਜਿਸ ਵਿੱਚ ਕਿ ਅੰਮ੍ਰਿਤਸਰ 'ਚ ਸੁਧੀਰ ਸੂਰੀ ਦਾ ਕਤਲ ਕੀਤਾ ਜਾਂਦਾ ਹੈ। ਹੁਣ ਸੰਦੀਪ ਸੰਨੀ ਨੇ ਜਦੋਂ ਸੁਧੀਰ ਸੂਰੀ ਦਾ ਕਤਲ ਕੀਤਾ, ਉਸ ਵਕਤ ਉਸਦੇ ਕੋਲ 32 ਬੋਰ ਦਾ ਆਪਣਾ ਲਾਇਸੈਂਸੀ ਵੈਪਨ ਸੀ ਤੇ ਆਪਾਂ ਜਿਵੇਂ ਸਾਰਿਆਂ ਨੇ ਦੇਖਿਆ ਸੋਸ਼ਲ ਮੀਡੀਆ ਦੇ ਉੱਤੇ ਕਿ ਸੰਦੀਪ ਉਸੇ 32 ਬੋਰ ਦੇ ਲਾਇਸੈਂਸੀ ਵੈਪਨ ਨੂੰ ਆਪਣੇ ਇੰਸਟਾਗ੍ਰਾਮ ਦੇ ਉੱਤੇ ਕਈ ਮਹੀਨਿਆਂ ਤੋਂ ਪਾ ਰਿਹਾ ਸੀ। ਜੀਪ ਦੇ ਵਿੱਚ ਜਾਂਦਿਆਂ ਹੋਇਆ ਉਸਨੇ ਕਈ ਐਸੀਆਂ ਤਸਵੀਰਾਂ, ਕਈ ਅਜਿਹੇ ਵੀਡੀਓਜ਼ ਦੀਵਾਲੀ ਦੇ ਮੌਕੇ ਤੇ ਹਵਾਈ ਫਾਇਰ ਕਰਦੇ ਹੋਇਆ ਦੇ। ਸੋ ਬੜੇ ਵੱਡੇ ਸਵਾਲ ਖੜੇ ਹੋਏ ਜਦੋਂ ਉਸੇ ਸ਼ਖਸ ਨੇ ਸੁਧੀਰ ਸੂਰੀ ਦਾ ਕਤਲ ਦਿਨ ਦਹਾੜੇ ਕਰਤਾ। ਉਸ ਤੋਂ ਬਾਅਦ ਸਵਾਲ ਸਭ ਤੋਂ ਵੱਡਾ ਸੀਗਾ ਕਿ ਤੁਸੀਂ ਜਿਹੜੇ ਲਾਇਸੈਂਸੀ ਵੈਪਨ ਦਿੱਤੇ ਹੋਏ ਨੇ ਉਹ ਕਿਹੜੇ ਲੋਕਾਂ ਨੂੰ ਦਿੱਤੇ ਹੋਏ ਨੇ, ਉਹਨਾਂ ਦਾ ਕੰਡਕਟ ਕੀ ਹੈ, ਪਬਲਿਕ ਕੰਟੈਕਟ ਕੀ ਹੈ, ਕਿਸ ਤਰੀਕੇ ਦਾ ਉਹਨਾਂ ਦਾ ਵਤੀਰਾ ਹੈ। ਤੇ ਇਹ ਜਿਹੜਾ ਵਾਇਲੈਂਟ ਬਿਹੇਵੀਅਰ ਇੱਕ ਤਰੀਕੇ ਦੇ ਨਾਲ ਸੀ ਜਾਂ ਹਥਿਆਰਾਂ ਦੀ ਨੁਮਾਇਸ਼ ਸੀ, ਇਸ ਨੂੰ ਇੰਨੇ ਮਹੀਨੇ ਅੱਖੋਂ ਪਰੋਖੇ ਕੀਤਾ ਗਿਆ। ਪੁਲਿਸ ਸਰਕਾਰਾਂ ਕੁਝ ਕਰ ਨਹੀਂ ਪਾਈਆਂ ਤੇ ਬਾਅਦ ਦੇ ਵਿੱਚ ਉਹੀ ਸ਼ਖਸ ਤਕਰੀਬਨ ਉਸ ਵਕਤ ਦੱਸਿਆ ਜਾਂਦਾ ਕਿ 16 ਗਨਮੈਨ ਸੁਧੀਰ ਸੂਰੀ ਨੂੰ ਮਿਲੇ ਹੋਏ ਸੀ। ਉਸ ਤੋਂ ਇਲਾਵਾ ਪੂਰਾ ਦਾ ਪੂਰਾ ਥਾਣਾ, ACP ਜਿਹੜੇ ਉੱਥੇ ਵਰਿੰਦਰ ਖੋਸਾ ਖੁਦ ਖੜੇ ਸਨ, ਉਹਨਾਂ ਦੇ ਸਾਹਮਣੇ ਜਾ ਕੇ ਮਾਰਤਾ ਗਿਆ। ਸੋ ਉਸ ਤੋਂ ਬਾਅਦ ਇਹ ਚੀਜ਼ ਜਿਹੜੀ ਸੀ ਹਥਿਆਰਾਂ ਦੀ ਨੁਮਾਇਸ਼ ਦਾ ਤਾਂ ਇੱਕ ਪੁਆਇੰਟ ਸੀ ਹੀ, ਜਿੱਥੇ ਕਿ ਗੀਤਕਾਰਾਂ ਨੂੰ ਕਿਹਾ ਜਾਏ ਜਾਂ ਫਨਕਾਰਾਂ ਨੂੰ ਕਿਹਾ ਜਾਏ ਕਿ ਤੁਸੀਂ ਇਹਨਾਂ ਨੂੰ ਨਾ ਇਸ ਤਰੀਕੇ ਦੇ ਚੁੱਕਵੇਂ ਗਾਣੇ ਬਜਾਓ ਜਿਸ ਵਿੱਚ ਹਥਿਆਰਾਂ ਦਾ ਮਹਿਮਾ ਮੰਡਨ ਹੋਵੇ। ਲੇਕਿਨ ਜਿਹੜੀ ਵੱਡਾ ਸਵਾਲ ਸੀਗਾ ਉਹ ਇਹ ਸੀ ਕਿ ਲਾਇਸੈਂਸੀ ਹਥਿਆਰ ਕਿਹਨੂੰ ਦਿੱਤੇ ਹੋਏ ਨੇ ਤੇ ਉਹਨਾਂ ਦਾ ਰਿਵਿਊ, ਇਸ ਚੀਜ਼ ਦਾ ਆਰਡਰ ਦਿੱਤਾ ਗਿਆ ਤੇ 18 ਨਵੰਬਰ ਦੇ ਆਸ-ਪਾਸ ਇਹ ਡਾਇਰੈਕਸ਼ਨ ਦਿੱਤੀ ਗਈ ਤੇ ਅੱਜ ਤੱਕ ਐਸ ਵੀ ਸਪੀਕ ਟੂਡੇ ਮੰਨਿਆ ਜਾ ਰਿਹਾ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਕਿਉਂਕਿ ਅਲੱਗ-ਅਲੱਗ ਜ਼ਿਲ੍ਹਿਆਂ ਦੇ ਅੰਕੜੇ ਆ ਰਹੇ ਨੇ, 391 ਦੇ ਆਸ-ਪਾਸ ਜਿਹੜੇ ਹਥਿਆਰਾਂ ਦੇ ਲਾਇਸੈਂਸੀ ਜਲੰਧਰ ਪੁਲਿਸ ਨੇ ਰੱਦ ਕੀਤੇ ਨੇ। 272 ਜਿਹੜੇ ਹਥਿਆਰਾਂ ਦੇ ਲਾਇਸੈਂਸ ਨੇ ਉਹ ਪਟਿਆਲਾ ਪੁਲਿਸ ਨੇ ਅੱਜ ਤੋਂ 2 ਦਿਨ ਪਹਿਲਾਂ ਰੱਦ ਕੀਤੇ ਹੋਏ ਸੀਗੇ। ਇਸ ਤੋਂ ਇਲਾਵਾ ਹੋਰ ਜਿੰਨੇ ਜ਼ਿਲ੍ਹੇ ਹੈਗੇ ਨੇ ਉਹ ਵੀ ਆਪਣੇ ਪੱਧਰ ਉੱਤੇ ਜਿਹੜੇ ਲਾਇਸੈਂਸਾਂ ਨੂੰ ਰੱਦ ਕਰਨ ਦਾ ਜਿਹੜਾ ਉਹਨਾਂ ਦਾ ਸਿਲਸਿਲਾ ਹੈ ਬਦਸਤੂਰ ਜਾਰੀ ਹੈ। ਸੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲਾਇਸੈਂਸ ਜਿਹੜੇ ਨੇ ਉਹ ਰੱਦ ਕੀਤੇ ਜਾ ਰਹੇ ਨੇ, ਰਿਵਿਊ ਕੀਤਾ ਜਾ ਰਿਹਾ ਤੇ ਇੱਕ ਚੰਗੀ ਗੱਲ ਵੀ ਹੈ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਅਸਲੇ ਦਾ ਲਾਇਸੈਂਸ ਨੂੰ ਇਸ਼ੂ ਕਰਨ ਦਾ ਤਰੀਕਾ ਹੈ ਉਹ ਵੈਸੇ ਬੜਾ ਸਖਤ ਹੈ। ਇੱਕ ਆਮ ਆਦਮੀ, ਤੁਹਾਡੇ ਮੇਰੇ ਲਈ ਜੇ ਆਪਾਂ ਹਥਿਆਰ ਦਾ ਲਾਇਸੈਂਸ ਲੈਣਾ ਹੋਵੇਗਾ ਬੜਾ ਔਖਾ ਹੈ ਕਿਉਂਕਿ ਵੈਸੇ ਤਾਂ ਹਥਿਆਰ ਦਿੱਤਾ ਹੀ ਨਹੀਂ ਜਾਂਦਾ। ਕੋਈ ਬਹੁਤ ਹੀ ਵੱਡੀ ਸਿਫਾਰਿਸ਼ ਹੋਵੇ
ਫਿਰ ਵੀ ਹਥਿਆਰ ਮਿਲਣਾ ਔਖਾ ਹੈ। ਲੇਕਿਨ ਹਾਂ, ਇਹ ਮੰਨਿਆ ਜਾਂਦਾ ਸੀ ਕਿ 3-4-5 ਲੱਖ ਰੁਪਏ ਦੀ ਜੇ ਰਿਸ਼ਵਤ ਦੇਤੀ ਜਾਵੇ ਤਾਂ ਸਾਰੀਆਂ ਕਲੀਅਰੈਂਸਿਸ ਵੀ ਮਿਲ ਜਾਂਦੀਆਂ ਸੀ ਤੇ ਲਾਇਸੈਂਸੀ ਹਥਿਆਰ ਵੀ ਮਿਲ ਜਾਂਦਾ ਹੈ। ਸੋ ਇੱਕ ਬੜਾ ਪ੍ਰਿਵਿਲੇਜ ਮੰਨਿਆ ਗਿਆ ਹੈ, ਇਸ ਨੂੰ ਪ੍ਰਿਵਿਲੇਜ ਬਣਾਤਾ ਗਿਆ। ਲੇਕਿਨ ਹੁਣ ਉਹ ਸਾਰੇ ਦੇ ਸਾਰੇ ਹਥਿਆਰਾਂ ਨੂੰ ਰਿਵਿਊ ਕੀਤਾ ਜਾ ਰਿਹਾ ਹੈ। ਸੋ ਇੱਕ ਬੜਾ ਵੈਲਕਮ ਸਟੈਪ ਹੈ। ਮੈਂ ਕਹਾਂਗਾ ਕਿ ਸਰਕਾਰ ਦੇਰ ਹੈ ਦਰੁਸਤ ਹੈ। ਗੱਲਾਂ ਬਾਤਾਂ ਤਾਂ ਉਹੀ ਨੇ ਜਿਹੜੀਆਂ ਚੀਜ਼ਾਂ ਪਹਿਲਾਂ ਕਰਨੀਆਂ ਚਾਹੀਦੀਆਂ ਸੀ ਸਰਕਾਰਾਂ ਹੁਣ, ਜਾਂ ਪੰਜਾਬ ਪੁਲਿਸ ਹੁਣ ਆਪਣੇ ਸਿਸਟਮ ਨੂੰ ਦੁਬਾਰਾ ਰਿਵਿਊ ਕਰ ਰਹੀ ਹੈ ਉਸਦੇ ਵਿੱਚ। ਲੇਕਿਨ ਇਹ ਚੀਜ਼ਾਂ ਪਹਿਲਾਂ ਕਿਉਂ ਨਹੀਂ ਹੋਈਆਂ? ਜੇ ਸੰਦੀਪ ਸੰਨੀ ਨੇ ਸੁਧੀਰ ਸੂਰੀ ਨੂੰ ਮਾਰਦਾ ਤਾਂ ਹੁਣ ਸਾਰੇ ਪੰਜਾਬ ਦੇ ਹਜ਼ਾਰਾਂ ਲਾਇਸੈਂਸ ਕੈਂਸਲ ਹੋ ਗਏ। ਅਦਰਵਾਈਜ਼ ਇਹ ਲੋੜੀਂਦੀ ਗੱਲਬਾਤ ਸੀ, ਪਹਿਲਾਂ ਹੋਣੀ ਚਾਹੀਦੀ ਸੀ, ਪਹਿਲਾਂ ਕਿਸੇ ਨੇ ਪੁੱਛਿਆ ਤੱਕ ਨਹੀਂ। ਜੀ ਸ਼ੁਭਕਰਮਨ। ਲੱਖੀ ਸਾਹਿਬ, ਮੈਂ ਇਹ ਪੁੱਛਣਾ ਚਾਹੁੰਦਾ ਵੀ ਐਪਲੀਕੇਸ਼ਨ ਜਿਹੜਾ ਇਹ ਫਰਮਾਨ ਆਇਆ ਜਾਂ ਇਹ ਆਰਡਰ ਆਇਆ ਸਰਕਾਰ ਵੱਲੋਂ, ਇਹਦੀ ਇੰਪਲੀਮੈਂਟੇਸ਼ਨ ਉੱਤੇ ਸਵਾਲ ਖੜੇ ਹੋ ਰਹੇ ਨੇ। ਹਾਲ ਹੀ ਵਿੱਚ ਕੁੱਲੜ ਪੀਜ਼ਾ ਵਾਲੇ ਜਿਹੜੇ ਨੌਜਵਾਨ ਮੁੰਡੇ ਕੁੜੀ ਮੁੰਡੇ ਨੇ ਵੀਡੀਓ ਪਾਈ, ਉਹਨਾਂ ਦੇ ਉੱਤੇ ਪਰਚਾ ਕਰ ਦਿੱਤਾ। ਬਾਅਦ ਚ ਪਤਾ ਲੱਗ ਰਿਹਾ ਵੀ ਉਹ ਟੌਏ ਪਿਸਟਲ ਸੀ। ਆਈ ਹੋਰ ਬਹੁਤ ਸਾਰੇ ਲੋਕਾਂ ਕੋਲੇ ਲਾਇਸੈਂਸੀ ਹਥਿਆਰ ਨੇ। ਆਮ ਤੌਰ ਤੇ ਪੰਜਾਬ 'ਚ ਪਿੰਡਾਂ 'ਚ ਬਹੁਤ ਓਲਡ ਐਨਿਮਿਟੀਜ਼ ਚੱਲਦੀਆਂ ਆਉਂਦੀਆਂ ਨੇ, ਬੰਦੇ ਤਰੀਕ ਤੇ ਜਾਂਦੇ ਆ, ਅਸਲਾ ਲੈ ਕੇ ਜਾਂਦੇ। ਕੀ ਉਸ ਨੂੰ ਵੀ ਇਹ ਡਿਸਪਲੇ 'ਚ ਮੰਨ ਕੇ ਉਹਨਾਂ ਦੇ ਉੱਤੇ ਵੀ ਕਾਰਵਾਈ ਹੋਊਗੀ, ਜਾਂ ਜਿਹੜੇ ਵਿਦਆਊਟ ਵੈਰੀਫਿਕੇਸ਼ਨ ਹੈ ਪਰਚੇ ਦਰਜ ਕੀਤੇ ਜਾ ਰਹੇ ਹੈ ਸਿਰਫ ਫੋਟੋਆਂ ਦੇਖ ਕੇ ਜਾਂ ਵੀਡੀਓ ਦੇਖ ਕੇ? ਇਸ ਚੀਜ਼ ਦੇ ਉੱਤੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਤੁਹਾਨੂੰ ਦੱਸਾਂ ਸ਼ੁਭਕਰਮਨ, ਇਸ ਵਕਤ ਭਾਰਤ ਦੇ ਵਿੱਚ, ਮੈਂ ਇੰਡੀਆ ਦਾ ਇੱਕ ਫਿਗਰ ਤੁਹਾਨੂੰ ਕੋਟ ਕਰਨਾ ਚਾਹਾਂਗਾ, 3.5 ਮਿਲੀਅਨ ਯਾਨੀ ਕਿ ਤਕਰੀਬਨ 35 ਲੱਖ ਦੇ ਆਸ-ਪਾਸ ਲਾਇਸੈਂਸੀ ਹਥਿਆਰ ਹੈ ਆਲ ਓਵਰ ਇੰਡੀਆ ਦੇ ਵਿੱਚ। ਜਿਹੜੀ ਪਹਿਲਾ ਨੰਬਰ ਹੈਗਾ ਜਿਹੜੇ ਸੂਬੇ ਦਾ, ਉਹ ਹੈ ਉੱਤਰ ਪ੍ਰਦੇਸ਼। ਤਕਰੀਬਨ 2 ਮਿਲੀਅਨ ਤੋਂ ਵੱਧ ਹੈਗੇ ਨੇ, 22 ਲੱਖ 22 ਜਾਂ 23 ਲੱਖ ਹਥਿਆਰ ਹੋਣਗੇ। ਪੰਜਾਬ ਜਿਹੜਾ ਹੈ, ਜਿਹਦੀ ਆਬਾਦੀ 2% ਹੈ ਭਾਰਤ ਦੀ ਪੂਰੀ ਆਬਾਦੀ ਦੇ ਮੁਕਾਬਲੇ, ਉਸ ਦੇ ਵਿੱਚ ਤਕਰੀਬਨ 10 ਤੋਂ 11% ਹਥਿਆਰ ਉਹਨਾਂ 35 ਲੱਖ ਦੇ ਜਿਹੜੇ ਵੈਪਨਸ ਨੇ ਲਾਇਸੈਂਸੀ ਵੈਪਨ ਨੇ ਇੰਡੀਆ 'ਚ, ਯਾਨੀ ਕਿ 4 ਲੱਖ ਲਾਇਸੈਂਸੀ ਵੈਪਨ ਪੰਜਾਬ ਦੇ ਵਿੱਚ ਹੈ। ਹੁਣ ਇਹ 4 ਲੱਖ ਜਿਹੜਾ ਲਾਇਸੈਂਸੀ ਵੈਪਨ ਹੈ, ਇਸ ਦੇ ਵਿੱਚੋਂ ਰਿਵਿਊ ਸ਼ੁਰੂ ਹੋਇਆ ਹੈ ਤੇ ਮਤਲਬ ਲਾ ਕੇ ਚੱਲੋ ਵੀ ਤਕਰੀਬਨ 1.5 ਤੋਂ 2 ਲੱਖ ਜਿਹੜਾ ਹਥਿਆਰ ਇਸ਼ੂ ਹੋਇਆ ਹੈ ਇਸ ਵਕਤ ਸਕੈਨਰ ਦੇ ਹੇਠ ਹੈ। ਸੋ ਅਲੱਗ-ਅਲੱਗ ਜ਼ਿਲ੍ਹਿਆਂ ਦੀ ਜੇ ਮੈਂ ਗੱਲ ਕਰਾਂ, ਕਿਉਂਕਿ ਇੱਕ ਕੁਝ ਦਿਨ ਪਹਿਲਾਂ ਦੀ ਮੈਂ ਸਟੇਟਮੈਂਟ ਪੜ੍ਹ ਰਿਹਾ ਸੀ, ਜਲੰਧਰ ਪੁਲਿਸ ਨੇ ਕਿਹਾ ਕਿ ਉਹ 30,000 ਜਿਹੜੇ ਲਾਇਸੈਂਸੀ ਹਥਿਆਰ ਹੈ ਉਹਨਾਂ ਦਾ ਰਿਵਿਊ ਕਰੇਗੀ। ਸੋ ਇਸ ਤਰੀਕੇ ਦੇ ਨਾਲ ਆਪਾਂ ਮੰਨ ਕੇ ਚੱਲ ਰਹੇ ਵੀ ਜਿਹੜੇ 4 ਲੱਖ ਹਥਿਆਰ ਨੇ ਕਿਹਨੂੰ ਦਿੱਤੇ। ਜਿਹੜਾ ਤੁਹਾਡਾ ਸਵਾਲ ਹੈ ਉਹ ਵੀ ਬੜਾ ਮਹੱਤਵਪੂਰਨ ਹੈ ਕਿ ਪਬਲਿਕ ਡਿਸਪਲੇ। ਹੁਣ ਮੈਂ ਤੁਹਾਨੂੰ ਗੁਆਂਢੀ ਸੂਬੇ ਰਾਜਸਥਾਨ ਦੀ ਗੱਲ ਦੱਸਣਾ ਚਾਹਾਂਗਾ। ਰਾਜਸਥਾਨ ਦੇ ਵਿੱਚ ਇਹ ਅੱਜ ਤੋਂ ਨਹੀਂ ਹੈ, ਇਹ ਅੱਜ ਤੋਂ ਕਈ ਸਾਲ ਪਹਿਲਾਂ ਤੋਂ ਕੋਈ ਵੀ ਸ਼ਖਸ ਜਿਸਨੇ ਕੋਈ ਆਪਣਾ ਹਥਿਆਰ ਜਾਂ ਕਿਸੇ ਪਿਸਟਲ ਦੇ ਨਾਲ, ਚਾਹੇ ਉਹ ਡਮੀ ਪਿਸਟਲ ਹੋਵੇ, ਉਸ ਦੇ ਨਾਲ ਜੇ ਤਸਵੀਰ ਉਸਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਪਾਤੀ ਤਾਂ ਉਹਨੂੰ ਪੁਲਿਸ ਨਾਲ ਦੇ ਨਾਲ ਰਾਉਂਡ ਅਪ ਕਰ ਲੈਂਦੀ ਸੀ, ਉਹਨੂੰ ਉਹਦੀ ਨਿਸ਼ਾਨਦੇਹੀ ਕਰਕੇ ਉਹਨੂੰ ਫੜ ਲਿਆ ਜਾਂਦਾ ਸੀ। ਲੋੜ ਪੈਣ ਤੇ ਉਸ ਉੱਤੇ ਕੇਸ ਵੀ ਦਰਜ ਹੁੰਦਾ ਸੀ, ਨਹੀਂ ਤਾਂ ਉਸਨੂੰ ਸਮਝਾ ਕੇ ਛੱਡਤਾ ਜਾਂਦਾ ਸੀ, ਵਾਰਨਿੰਗ ਦਿੱਤੀ ਜਾਂਦੀ ਸੀ। ਲੇਕਿਨ ਇਹ ਸਾਰਾ ਦਾ ਸਾਰਾ ਸਾਡੇ ਇੱਥੇ ਨਹੀਂ ਰਿਹਾ, ਪੰਜਾਬ ਦੇ ਵਿੱਚ, ਈਵਨ ਹਰਿਆਣਾ ਦੇ ਵਿੱਚ ਨਹੀਂ ਰਿਹਾ। ਸੋ ਇੱਥੇ ਲੋਕਾਂ ਦੇ ਜਿਹੜਾ ਪਬਲਿਕ ਡਿਸਪਲੇ ਆਫ ਵੈਪਨਸ ਹੈ, ਹੁਣ ਉਹ ਕਿਸੇ ਦੇ ਹੱਥ ਵਿੱਚ ਫੜਿਆ ਹੋਇਆ ਵੈਪਨ ਕੀ ਉਹ ਡਮੀ ਪਿਸਟਲ ਹੈ, ਐਂਡ ਈਵਨ ਡਮੀ ਪਿਸਟਲ ਵੀ ਆਪਣੇ ਆਪ ਦੇ ਵਿੱਚ ਉਸਨੂੰ ਵੀ ਆਪਾਂ ਕਲੀਨ ਚਿਟ ਨਹੀਂ ਦੇ ਸਕਦੇ ਕਿ ਡਮੀ ਪਿਸਟਲ ਹੈ ਜੀ, ਇਸ ਵਾਸਤੇ ਦੇ ਖਿਲਾਫ ਪਰਚਾ ਨਹੀਂ ਬਣਦਾ। ਠੀਕ ਹੈ, ਉਹ ਇੱਕ ਆਰਮਸ ਐਕਟ ਦਾ ਕੇਸ ਨਹੀਂ ਹੋ ਸਕਦਾ, ਲੇਕਿਨ ਡਮੀ ਪਿਸਟਲ ਦੇ ਜ਼ਰੀਏ ਤੁਸੀਂ ਕਿਸੇ ਨੂੰ ਡਰਾ ਕੇ ਲੁੱਟ ਸਕਦੇ ਹੋ, ਲੁੱਟਾਂ ਖੋਹਾਂ ਕਰ ਸਕਦੇ ਹੋ, ਸਮਾਜ ਦੇ ਵਿੱਚ ਭੈ ਪੈਦਾ ਕਰ ਸਕਦੇ ਹੋ। ਸੋ ਇਸ ਤਰੀਕੇ ਦੀ ਜਿਹੜੀ ਨੁਮਾਇਸ਼ ਹੋ ਰਹੀ ਹੈ ਉਹ ਤਾਂ ਬਿਲਕੁਲ ਗਲਤ ਹੈ। ਤੇ ਜੇ ਕਿਸੇ ਨੇ ਕੋਈ ਇਸ ਤਰੀਕੇ ਦੇ ਨਾਲ ਕਰਦਾ ਪਿਆ ਤਾਂ ਗੁਆਂਢੀ ਸੂਬੇ, ਮੈਨੂੰ ਲੱਗਦਾ ਰਾਜਸਥਾਨ ਤੋਂ ਵੀ ਕੁਝ ਹੱਦ ਤੱਕ ਮੈਸੇਜ ਪੰਜਾਬ ਸਰਕਾਰ ਨੇ ਲਏ ਹੋਣੇ, ਤੇ ਰਾਈਟਲੀ ਸੋ। ਤੁਸੀਂ ਜੇ ਆਪਣਾ ਹਥਿਆਰ ਤੁਹਾਨੂੰ ਆਪਣੇ ਹਿਫਾਜ਼ਤ ਲਈ ਮਿਲਿਆ ਹੈ ਤਾਂ ਉਸਨੂੰ ਤੁਸੀਂ ਉਸਦੀ ਨੁਮਾਇਸ਼ ਕਰਕੇ ਲੋਕਾਂ ਦੇ ਮਨ ਦੇ ਵਿੱਚ ਭੈ ਨਾ ਪੈਦਾ ਕਰੋ। ਇਹ ਇੱਕ ਬੜਾ ਮੈਸੇਜ ਦੇਣ ਦੀ ਲੋੜ ਹੈ। ਤੇ ਪੰਜਾਬ ਦੇ ਵਿੱਚ ਗਨਜ਼ ਰੱਖਣ ਦਾ ਸ਼ੌਂਕ ਬੜਾ ਹੈ, ਗਨਜ਼ ਦੇ ਲਾਇਸੈਂਸ ਲੈਣ ਦਾ ਸ਼ੌਂਕ ਬੜਾ ਹੈ, ਲੱਖਾਂ ਲੱਖਾਂ ਰੁਪਏ ਲੈ ਕੇ ਸਿਫਾਰਸ਼ਾਂ ਲਗਾ ਕੇ ਲੋਕ ਹਥਿਆਰ ਰੱਖ ਲੈਂਦੇ ਨੇ। ਲੇਕਿਨ ਹਥਿਆਰਾਂ ਨੂੰ ਵਰਤਣ ਦਾ ਜਿਹੜਾ ਬੇਸਿਕ, ਮੈਂ ਸ਼ਬਦ ਵਰਤਾਂਗਾ, ਤਮੀਜ਼ ਜਿਹੜੀ ਹੈ, ਉਹ ਜਿਹੜੀ ਇੱਕ ਸੈਂਸ ਹੈਗੀ ਹੈ, ਵੈਪਨਸ ਨੂੰ ਕਿਵੇਂ ਰੱਖਣਾ ਹੈ, ਕਿਵੇਂ ਫੜਨਾ ਹੈ, ਕਿਵੇਂ ਉਸਨੂੰ, ਕਿਉਂਕਿ ਜਦੋਂ ਤੁਸੀਂ, ਤੁਹਾਨੂੰ ਪਤਾ ਹੋਵੇਗਾ, ਜਦੋਂ ਵੈਪਨਸ ਲਾਇਸੈਂਸ ਦਿੱਤਾ ਜਾਂਦਾ ਉਹਦੇ ਇੱਕ ਪ੍ਰੋਪਰ ਟ੍ਰੇਨਿੰਗ ਹੁੰਦੀ ਹੈ, ਪ੍ਰੋਪਰ ਤੁਹਾਨੂੰ ਇੱਕ ਸਰਟੀਫਿਕੇਸ਼ਨ ਦਿੱਤੀ ਜਾਂਦੀ ਹੈ। ਹਾਲਾਂਕਿ ਉਹ ਕਿਸੇ ਗਨ ਹਾਊਸ ਵਾਲੇ ਤੋਂ ਤੁਸੀਂ ਸਰਟੀਫਿਕੇਸ਼ਨ ਬਹੁਤ ਸੌਖੇ ਲੈ ਲੈਂਦੇ ਹੋ, ਜਾਂ ਤੁਹਾਨੂੰ ਕਿਤੇ ਜਿੱਥੇ ਸ਼ੂਟਿੰਗ ਦੀ ਪ੍ਰੈਕਟਿਸ ਜਾਂ ਕੋਈ ਸ਼ੂਟਿੰਗ ਰੇਂਜ ਹੈ ਉੱਥੋਂ ਸਰਟੀਫਿਕੇਟ ਦਿੱਤਾ ਜਾਂਦਾ ਹੈ। ਫਿਰ ਇਹ ਚੀਜ਼ ਸੁਨਿਸ਼ਚਿਤ ਕੀਤੀ ਜਾਂਦੀ ਹੈ ਕਿ ਤੁਸੀਂ ਉਸ ਵੈਪਨ ਨੂੰ ਕੀ ਹਿਫਾਜ਼ਤ ਦੇ ਨਾਲ ਆਪਣੇ ਘਰੇ ਰੱਖ ਸਕਦੇ ਹੋ, ਤੁਹਾਡੇ ਕੋਲ ਇੰਨੇ ਸੰਸਾਧਨ ਹੈਗੇ ਨੇ ਕਿ ਤੁਸੀਂ ਉਸ ਵੈਪਨ ਨੂੰ ਸੇਫਲੀ ਰੱਖ ਸਕੋ। ਤੇ ਇਹ ਸਾਰੀਆਂ ਚੀਜ਼ਾਂ, ਕੰਡੀਸ਼ਨਾਂ ਤਾਂ ਬੜੀਆਂ ਸਖਤ ਨੇ ਵੈਪਨ ਨੂੰ ਅਲਾਟ ਕਰਨ ਦੀਆਂ, ਲੇਕਿਨ ਜਦੋਂ ਵੈਪਨ ਅਲਾਟ ਹੋ ਜਾਂਦੇ ਨੇ ਉਸ ਵਕਤ ਅਸੀਂ ਬਿਲਕੁਲ ਹੀ ਡਿਫਰੈਂਟ ਸਥਿਤੀ ਵੇਖਦੇ ਹਾਂ। ਉਸ ਵਕਤ ਲੋਕ ਆਪਣੇ ਹਥਿਆਰਾਂ ਨੂੰ ਬ੍ਰੈਂਡਿਸ਼ ਕਰਦੇ ਹੋਏ ਘੁੰਮਦੇ ਨੇ, ਜਿਹਦੇ ਨਾਲ ਸਮਾਜ ਦੇ ਵਿੱਚ ਭੈ ਦਾ ਮਾਹੌਲ ਪੈਦਾ ਹੁੰਦਾ ਹੈ। ਸੋ ਜੇ ਅਜਿਹੇ ਪਰਚੇ ਦਰਜ ਹੋਣੇ ਸ਼ੁਰੂ ਹੋਏ ਨੇ, ਜੇ 2-4 ਪਰਚੇ ਦਰਜ ਹੋਏ ਨੇ, ਜਾਂ ਅਜਿਹੇ ਲੋਕਾਂ ਤੇ ਹੋਏ ਨੇ ਜਿਹੜੇ ਕਹਿ ਰਹੇ ਨੇ ਜੀ ਇਸ ਤਾਂ ਡਮੀ ਪਿਸਟਲ ਸੀ, ਜਾਂ ਸਾਡੇ ਕੋਲ ਤਾਂ ਓਰੀਜਨਲ ਪਿਸਟਲ ਨਹੀਂ ਸੀ। ਤੁਹਾਨੂੰ ਯਾਦ ਹੋਏਗਾ ਸਿੱਧੂ ਮੂਸੇਵਾਲਾ ਦੇ ਕੇਸ ਦੇ ਵਿੱਚ ਵੀ ਜਦੋਂ AK-47 ਪਹਿਲਾਂ ਚਲਾਈ, ਫਿਰ ਉਸਨੇ ਇੱਕ ਹੋਰ ਸ਼ੂਟਿੰਗ ਰੇਂਜ ਦੇ ਉੱਤੇ ਇੱਕ ਹੋਰ ਪਿਸਤੌਲ ਚਲਾਈ, ਉਹਦੇ ਜਿਹੜੇ ਵਕੀਲਾਂ ਨੇ ਅਦਾਲਤ ਦੇ ਵਿੱਚ ਕੇਸ ਇਹੀ ਬਣਾਇਆ ਜੀ ਕਿ ਇਹ ਤਾਂ ਸਾਡੇ ਦੂਸਰੇ ਹਥਿਆਰ ਸੀਗੇ, ਦੇਵਰ, ਜਿਹਨੂੰ ਆਪਾਂ ਡਮੀ ਹਥਿਆਰ ਕਹਿ ਦਿੰਦੇ ਨੇ, ਜਿਨ੍ਹਾਂ ਦਾ ਪ੍ਰੋਜੈਕਟਾਈਲ ਨਹੀਂ ਹੁੰਦਾ,
ਕਿਉਂਕਿ ਆਰਮਸ ਐਕਟ ਦੇ ਤਹਿਤ ਜਦੋਂ ਕੇਸ ਰਜਿਸਟਰ ਕੀਤਾ ਜਾਣਾ ਕਿਸੇ ਸ਼ਖਸ ਦੇ ਖਿਲਾਫ ਆਰਮਸ ਐਕਟ ਦਾ, ਯੂਜੂਅਲੀ ਜਦੋਂ ਇਸ ਤਰੀਕੇ ਦੇ ਜਿਹੜਾ ਸਿੱਧੂ ਮੂਸੇਵਾਲਾ ਦੇ ਖਿਲਾਫ ਵੀ ਕੇਸ ਹੋਇਆ, ਉਹਦੇ ਵਿੱਚ ਆ ਟੈਕਨੀਕਲ ਪੁਆਇੰਟ ਬੜਾ ਇੰਪੋਰਟੈਂਟ ਹੋ ਜਾਂਦਾ ਹੈ ਕਿ ਪ੍ਰੋਜੈਕਟਾਈਲ ਫਾਇਰ ਹੋ ਸਕਦਾ ਹੈ, ਨਹੀਂ ਹੋ ਸਕਦਾ। ਜੇ ਸਿਰਫ ਉਸ ਡਮੀ ਪਿਸਟਲ ਚੋਂ ਆਵਾਜ਼ ਆਈ ਜਾਂ ਉਸ ਚੋਂ ਥੋੜੀ ਜਿਹੀ ਅੱਗ ਨਿਕਲੀ, then that is not considered an offense as per the arms act। ਲੇਕਿਨ ਹਥਿਆਰਾਂ ਦੀ ਨੁਮਾਇਸ਼ ਦੇ ਜ਼ਰੀਏ ਤੁਸੀਂ ਸਮਾਜ ਦੇ ਵਿੱਚ ਇੱਕ ਹੋਰ ਮਾਹੌਲ ਪੈਦਾ ਕਰੋ, ਇਹ ਚੀਜ਼ ਨੂੰ ਸਰਕਾਰ ਥੋੜੀ ਜਿਹੀ ਸਖਤੀ ਨਾਲ ਲੈ ਰਹੀ ਹੈ, ਇਹ ਚੰਗੀ ਗੱਲ ਹੈ। ਮੈਨੂੰ ਲੱਗਦਾ ਇਸ ਦੇ ਨਾਲ ਜਿਹੜੀ ਨੁਮਾਇਸ਼ ਜਾਂ ਐਕਸੈਸਿਵ ਡਿਸਪਲੇ ਹੈ ਉਹ ਘਟੇਗਾ। ਸਾਡੇ ਪੰਜਾਬੀਆਂ ਦੀ ਜਾਂ ਸਾਡੇ ਕਮਿਊਨਿਟੀਜ਼ ਦੇ ਵਿੱਚ ਫਿਤਰਤ ਰਹੀ ਹੈ ਵੀ ਹਥਿਆਰਾਂ ਨੂੰ ਰੱਖੋ ਵੀ। ਈਵਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਵੀ ਕਿਹਾ ਵੀ ਲਾਇਸੈਂਸ ਵੰਡੋ, ਲੇਕਿਨ ਹੁਣ ਇੱਕ ਤਰੀਕੇ ਦੀ ਉਲਟਾ ਪ੍ਰੋਸੈਸ ਸ਼ੁਰੂ ਹੋ ਗਿਆ ਹੈ, ਕਿਉਂਕਿ ਜਿਹੜੇ ਲੋਕਾਂ ਨੂੰ ਲਾਇਸੈਂਸ ਦਿੱਤੇ ਗਏ ਨੇ ਉਹ ਲੋਕ ਜ਼ਿੰਮੇਵਾਰ ਨਹੀਂ ਨੇ, ਉਹ ਲੋਕਾਂ ਨੇ ਆਪਣੀ ਜ਼ਿੰਮੇਵਾਰੀ ਨਹੀਂ ਵਿਖਾਈ ਹੈ। ਤੇ ਆਪਾਂ ਦੇਖ ਰਹੇ ਹਾਂ ਵੀ ਖੈਰ ਸੰਦੀਪ ਸੰਨੀ ਦੇ ਕੇਸ ਦੇ ਵਿੱਚ ਤਾਂ ਸਿੱਧੀ ਗੋਲੀਆਂ ਮਾਰਤੀਆਂ ਗਈਆਂ, ਹੋਰ ਵੀ ਕੁਝ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਜਿਸ ਵਿੱਚ ਕਿ ਲਾਇਸੈਂਸੀ ਵੈਪਨਸ ਦੇ ਨਾਲ ਵੀ ਵਾਰਦਾਤਾਂ ਕੀਤੀਆਂ ਜਾ ਰਹੀਆਂ ਨੇ। ਸੋ ਮੈਨੂੰ ਲੱਗਦਾ ਕਿ ਸਰਕਾਰ ਕਰ ਤਾਂ ਠੀਕ ਰਹੀ ਹੈ, ਲੇਕਿਨ ਇਹ ਹੈ ਕਿ ਆਪਾਂ ਸਾਰੇ ਜਾਣਦੇ ਹਾਂ, ਤੁਸੀਂ ਬਿਹਤਰ ਜਾਣਦੇ ਹੋ ਅੰਡਰਵਰਲਡ ਦੇ ਨਾਲ ਜਾਂ ਕ੍ਰਾਈਮ ਨੂੰ ਤੁਸੀਂ ਬਹੁਤ ਨੇੜਤਾ ਤੋਂ ਕਵਰ ਕੀਤਾ ਹੈ ਕਿ ਜ਼ਿਆਦਾਤਰ ਕ੍ਰਾਈਮ ਤਾਂ ਅਨਰੈਗੂਲੇਟਡ ਵੈਪਨਸ ਦੇ ਨਾਲ ਹੋ ਰਿਹਾ ਹੈ। ਸੋ ਇਹ ਚੀਜ਼ਾਂ ਤਾਂ ਇੱਕ ਤਰੀਕੇ ਦਾ ਦਿਖਾਵਾ ਮਾਤਰ ਹੁੰਦੀਆਂ ਨੇ, ਲੇਕਿਨ ਹਾਂ ਇੱਕ ਲਾਰਜਰ ਜੇ ਇਹਦਾ ਏਮ ਸਮਝਿਆ ਜਾਵੇ, ਇੱਕ ਲਾਰਜਰ ਮੋਟਿਵ ਸਮਝਿਆ ਜਾਵੇ, ਇਹ ਸੁਨੇਹਾ ਦੇਣ ਦੀ ਬਹੁਤ ਜ਼ਿਆਦਾ ਲੋੜ ਹੈ ਕਮਿਊਨਿਟੀ ਨੂੰ ਕਿ ਹਥਿਆਰਾਂ ਦੇ ਪ੍ਰਤੀ ਜਿਹੜੀ ਸਾਡੀ ਇਨਫੈਚੁਏਸ਼ਨ ਬਣੀ ਹੋਈ ਹੈ, ਸਾਡਾ ਜਿਹੜਾ ਮੋਹ ਬਣਿਆ ਹੋਇਆ ਕਿ ਹਥਿਆਰ ਰੱਖਣੇ, ਆਪਣੇ ਕੋਲ ਓਨ ਕਰਨਾ ਤੇ ਫਿਰ ਉਹਨਾਂ ਦੀ ਦਿਖਾਵਾ ਵੀ ਕਰਨਾ, ਉਹ ਜ਼ਰੂਰ ਬੰਦ ਹੋਣਾ ਚਾਹੀਦਾ। ਸੋ ਉਸ ਪੱਖੋਂ ਜਿਹੜੇ ਇਹ ਐਕਸਰਸਾਈਜ਼ ਸ਼ੁਰੂ ਹੋਈਆਂ ਨੇ ਉਹ ਵੈਲਿਡ ਨੇ, ਐਂਡ ਸਰਟਨਲੀ ਲੱਖਾਂ ਜਿਹੜੇ ਲਾਇਸੈਂਸ ਦਿੱਤੇ ਗਏ ਨੇ, ਕਿਹੜੇ ਲੋਕਾਂ ਕੋਲ ਹੈਗੇ ਨੇ, ਕੀ ਪੈਮਾਨਾ ਹੈ, ਉਹ ਵੀ ਰਿਵਿਊ ਹੋ ਰਿਹਾ, ਇੱਕ ਚੰਗੀ ਗੱਲ ਹੈ। ਜਿਹੜੇ ਜਿਵੇਂ ਵੀਜ਼ਾ ਆਫਿਸਰ ਵੀਜ਼ੇ ਦੇ ਉੱਤੇ ਉਹਦੀ ਜ਼ਿੰਮੇਵਾਰੀ ਹੁੰਦੀ ਹੈ ਵੀ ਉਹਨੇ ਰਿਵਿਊ ਕਰਨਾ ਹੁੰਦਾ, ਉਹਨੂੰ ਕਦੇ ਵੀ ਪੁੱਛਿਆ ਜਾ ਸਕਦਾ ਹੈ, ਕੋਈ ਵੀ ਬੰਦਾ ਜੇ ਬਾਹਰ ਆਉਂਦਾ ਵੀ ਤੁਸੀਂ ਇਹਨੂੰ ਵੀਜ਼ਾ ਕਿਵੇਂ ਦਿੱਤਾ ਸੀ। ਕੀ ਤੁਹਾਨੂੰ ਲੱਗਦਾ ਜਿਨ੍ਹਾਂ ਨੇ ਉਹ ਬੰਦਿਆਂ ਦਾ ਬੈਕਗਰਾਉਂਡ ਚੈੱਕ ਪ੍ਰੋਪਰ ਨਹੀਂ ਕੀਤਾ ਜਾਂ ਕਹਿ ਲਓ ਸ਼ਰਾਰਤੀ ਅਨਸਰਾਂ ਨੂੰ ਦਿੱਤਾ ਜਾਂ ਐਂਟੀ ਸੋਸ਼ਲ ਐਲੀਮੈਂਟਸ ਦਿੱਤਾ, ਕਿ ਉਹ ਅਫਸਰਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ? ਫਿਰ ਜੇ ਰਿਵਿਊ ਹੋ ਰਿਹਾ ਉਹਨਾਂ ਤੇ ਵੀ ਦੇਖਿਆ ਜਾਵੇ ਵੀ ਉਹਨਾਂ ਨੇ ਕੀ ਬੈਕਗਰਾਉਂਡ ਚੈੱਕ ਕਰਕੇ ਨਹੀਂ ਦਿੱਤੇ। ਬਿਲਕੁਲ ਹੋਣੀ ਚਾਹੀਦੀ ਹੈ ਸ਼ੁਭਕਰਮਨ ਧਾਲੀਵਾਲ, ਲੇਕਿਨ ਹੋਏਗੀ ਨਹੀਂ। ਇਹ ਅਨਫੋਰਚੂਨੇਟ ਪਾਰਟ ਇਹੀ ਹੈ ਕਿ ਅਸਲ ਸਵਾਲ ਇਹੀ ਹੈ ਕਿ ਜਿਹੜੇ ਅਫਸਰਾਂ ਨੇ ਇਹ ਲਾਇਸੈਂਸਸ ਇਸ਼ੂ ਕੀਤੇ ਉਸ ਵਕਤ ਕਿਹੜੇ ਅਜਿਹੀਆਂ ਕੰਡੀਸ਼ਨ ਸੀ ਜਿਨ੍ਹਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ। ਕੰਡੀਸ਼ਨਸ ਹੈਗੀਆਂ ਨੇ, ਸਖਤ ਹੈਗੀਆਂ ਨੇ, ਤੁਸੀਂ ਸਿਸਟਮ ਨੂੰ ਬਾਈਪਾਸ ਕਰ ਜਾਂਦੇ ਹੋ, ਤੁਸੀਂ ਕਿਸੇ ਕੰਸੀਡਰੇਸ਼ਨ ਦੇ ਐਵਜ਼ ਦੇ ਵਿੱਚ ਪੈਸਾ ਲੈ ਲਿਆ ਜਾਂ ਕਿਸੇ ਦੀ ਸਿਫਾਰਿਸ਼ ਦੇ ਚੱਲਦਿਆਂ ਲਾਇਸੈਂਸ ਇਸ਼ੂ ਕਰਤੇ। ਹੁਣ ਉਹ ਜਿਹੜੀਆਂ ਗੱਲਾਂ ਬਾਤਾਂ ਉੱਥੇ ਪੁਲਿਸ ਕਦੀ ਆਪਣੇ ਤੁਸੀਂ ਇਹ ਮੰਨੋ ਵੀ ਸੰਦੀਪ ਸੰਨੀ ਦੇ ਕੇਸ ਦੇ ਵਿੱਚ ਐਨੀ ਪੁਲਿਸ ਦੀ ਗਾਰਡ ਦੇ ਵਿੱਚ ਇੱਕ ਬੰਦੇ ਨੂੰ ਮਾਰਤਾ ਗਿਆ। ਮੈਂ ਬਾਰ-ਬਾਰ ਉਸ ਕੇਸ ਤੇ ਕਿਉਂ ਆ ਰਿਹਾ, ਕਿਉਂਕਿ ਹਥਿਆਰਾਂ, ਲਾਇਸੈਂਸੀ ਹਥਿਆਰਾਂ ਦੇ ਨਾਲ ਦੇ ਇਸਤੇਮਾਲ ਤੇ ਉਹਨਾਂ ਨੂੰ ਰੋਕਣ ਦੇ ਪੱਖੋਂ ਉਹ ਇੱਕ ਬਹੁਤ ਕਲਾਸਿਕ ਕੇਸ ਹੈ, ਜਿੱਥੇ ਕਿ ਪਹਿਲਾਂ ਤਾਂ ਸੰਦੀਪ ਸੰਨੀ ਤੋਂ ਉਹ ਹਥਿਆਰ ਪਹਿਲਾਂ ਵਾਪਸ ਲੈ ਲਿਆ ਜਾਣਾ ਚਾਹੀਦਾ ਸੀ। ਉਸ ਵਕਤ ਜਦੋਂ ਕਿ ਕਈ ਮਹੀਨੇ ਤੋਂ ਉਹ ਹਥਿਆਰ ਨੂੰ ਬ੍ਰਾਂਡਿਸ਼ ਕਰ ਰਿਹਾ ਸੀ, ਉਸ ਦੇ ਨਾਲ ਹਵਾਈ ਫਾਇਰ ਕਰਦਾ ਹੋਇਆ ਨਜ਼ਰ ਆ ਰਿਹਾ ਸੀ, ਘੱਟੋ ਘੱਟ ਉਸ ਨੂੰ ਬੁਲਾ ਕੇ ਪੁੱਛਿਆ ਜਾਣ ਦੀ ਲੋੜ ਸੀ ਕਿ ਤੁਸੀਂ ਇਹ ਆਪਣਾ ਲਾਇਸੈਂਸੀ ਵੈਪਨ ਨੂੰ ਇਸ ਤਰੀਕੇ ਦੇ ਨਾਲ ਕਿਉਂ ਵਰਤ ਰਹੇ ਹੋ। ਲੇਕਿਨ ਨਾ ਤਾਂ ਕਿਸੇ ਨੇ ਪੁੱਛਿਆ, ਤੇ ਉਸ ਤੋਂ ਬਾਅਦ ਇੰਨੇ ਗਾਰਡ ਦੀ ਮੌਜੂਦਗੀ ਦੇ ਵਿੱਚ ਇੱਕ ਕਤਲ ਹੋ ਜਾਂਦਾ ਹੈ। ਆਪਾਂ ਅੱਜ ਤੱਕ ਇਹ ਨਹੀਂ ਸਮਝ ਪਾਏ ਕਿ ਉਹ ਜਿੰਨੇ ਵੀ ਲੋਕ ਉਹਦੀ ਸਿਕਿਉਰਿਟੀ ਦੇ ਵਿੱਚ ਤੈਨਾਤ ਸੀ ਜਾਂ ਜਿਹੜੇ ਅਧਿਕਾਰੀ ਉੱਥੇ ਥਾਣੇ ਦੇ ਪਹੁੰਚੇ, ਕਿ ਅੱਜ ਤੱਕ ਉਹਨਾਂ ਦੀ ਜਵਾਬਦੇਹੀ ਫਿਕਸ ਹੋ ਪਾਈ ਹੈ। ਸੋ ਸਿਮਿਲਰਲੀ ਜਿਹੜਾ ਤੁਹਾਡਾ ਸਵਾਲ ਹੈ ਕਿ ਆਰਮਸ ਲਾਇਸੈਂਸ ਇਸ਼ੂ ਕਰਨ ਦੇ ਵਿੱਚ ਜਿਹੜੀਆਂ ਕੋਤਾਹੀਆਂ ਕੀਤੀਆਂ, ਅਣਗਹਿਲੀਆਂ ਕੀਤੀਆਂ, ਕਮਿਸ਼ਨਸ ਐਂਡ ਓਮਿਸ਼ਨਸ ਦੋਵੇਂ ਚੀਜ਼ਾਂ ਹੈਗੀਆਂ ਨੇ, ਉਹਨਾਂ ਲਈ ਕਿਸੇ ਨੂੰ ਜ਼ਿੰਮੇਵਾਰ ਠਹਿਰਾਇਆ ਜਾਏਗਾ ਨਹੀਂ, ਮੈਨੂੰ ਨਹੀਂ ਲੱਗਦਾ। ਪੰਜਾਬ ਪੁਲਿਸ ਜਾਂ ਪੰਜਾਬ ਦੇ ਵਿੱਚ ਇਹ ਕਲਚਰ ਹੈ ਹੀ ਨਹੀਂ ਕਿ ਆਪਣੇ ਅਫਸਰਾਂ ਦੇ ਉੱਤੇ ਕੋਈ ਗੱਲਬਾਤ ਕਰੋ। ਹਾਂ, ਇੱਥੇ ਲੋਕਾਂ ਦੇ ਲਾਇਸੈਂਸ ਜ਼ਰੂਰ ਕੈਂਸਲ ਕੀਤੇ ਜਾਣਗੇ। ਹੁਣ ਇਹਦਾ ਇੱਕ ਨੁਕਸਾਨ, ਇੱਕ ਫਲਿਪ ਸਾਈਡ ਇਹ ਵੀ ਹੋਣੀ ਹੈ, ਮੈਂ ਤੁਹਾਨੂੰ ਦੱਸਦਾ ਕਿ ਕਈ ਵੈਲਿਡ ਲੋਕ ਜਿਨ੍ਹਾਂ ਨੂੰ ਵਾਕਈ ਖਤਰਾ ਹੋਏਗਾ, ਸ਼ਾਇਦ ਉਹਨਾਂ ਦੇ ਵੀ ਹਥਿਆਰਾਂ ਨੂੰ ਰਿਵਿਊ ਕਰ ਲਿਆ ਜਾਏ, ਕਿਉਂਕਿ ਹੁਣ ਇੱਕ ਹਨੇਰੀ ਜੀ ਚੱਲਦੀ ਹੈ ਇੱਥੇ, ਉਸ ਦੇ ਨਾਲ ਕਹਿੰਦੇ ਮਤਲਬ ਵੀ ਸਾਰਿਆਂ ਨੂੰ ਹੀ ਉਸ ਦਾ ਖਾਮਿਆਜ਼ਾ ਵੀ ਭੁਗਤਣਾ ਪੈਂਦਾ ਹੈ। ਸੋ ਜੈਨੂਇਨ ਜਿਹੜੇ ਲੋਕ ਹੈਗੇ ਨੇ ਉਹਨਾਂ ਦੇ ਨਾਲ ਤਾਂ ਮਤਲਬ ਜਿਹਨਾਂ ਨੂੰ ਹਥਿਆਰ ਚਾਹੀਦੇ ਨੇ, ਸ਼ਾਇਦ ਅੱਜ ਉਹਨਾਂ ਦੇ ਨਾਲ ਵੀ ਇਸ ਰਿਵਿਊ ਐਕਸਰਸਾਈਜ਼ ਦੇ ਵਿੱਚ ਥੋੜੀ ਬਹੁਤ ਵਧੀਕੀ ਹੋ ਜਾਏ, ਲੇਕਿਨ ਅਫਸਰਾਂ ਦੇ ਉੱਤੇ ਕਾਰਵਾਈ ਹੋਵੇ ਮੁਸ਼ਕਿਲ ਲੱਗਦਾ, ਕਿਉਂਕਿ ਉਹ ਵਿਲ ਨਹੀਂ ਹੈ ਸਰਕਾਰਾਂ ਦੇ ਵਿੱਚ, ਸਾਡੇ ਮਹਿਕਮਿਆਂ ਦੇ ਵਿੱਚ ਵਿਲ ਨਹੀਂ ਹੈ ਕਿ ਆਪਣੇ ਅਫਸਰਾਂ ਨੂੰ ਤੁਸੀਂ ਸਵਾਲ ਪੁੱਛੋ, ਸਵਾਲ ਚੁੱਕੋ ਉਹਨਾਂ ਤੇ, ਉਹਨਾਂ ਦੀ ਜਵਾਬਦੇਹੀ ਤੈਅ ਕਰੋ। ਰਿਤੇਸ਼ ਜੀ, ਜਿਵੇਂ ਗਾਣਿਆਂ ਦੀ ਗੱਲ ਕੀਤੀ ਜਾਵੇ, ਗਾਣਿਆਂ ਤੇ ਬਿਲਕੁਲ ਹੀ ਬਲੈਂਕਟ ਬੈਨ ਕਰ ਦਿੱਤਾ ਵੀ ਕੋਈ ਵੀ ਅਸਲਾ ਜਾਂ ਵੈਪਨਸ ਦੀ ਗੱਲ ਨਹੀਂ ਕਰ ਸਕਦਾ। ਪਰ ਆਮ ਤੌਰ ਤੇ ਇਹ ਵੀ ਦੋਸ਼ ਲਾਇਆ ਗਿਆ ਵੀ ਸਿੱਧੂ ਮੂਸੇਵਾਲੇ ਨੇ ਬਹੁਤ ਜ਼ਿਆਦਾ ਪ੍ਰਚਾਰ ਕੀਤਾ ਵੀ ਵੈਪਨਸ ਦਾ, ਜਾਂ ਜਿਹੜੇ ਨਵੇਂ ਗੀਤਕਾਰ ਨੇ ਉਹ ਜ਼ਿਆਦਾ ਕਰ ਰਹੇ ਆ। ਪਰ ਜੇ ਆਪਾਂ ਗੱਲ ਕਰੀਏ ਪੁਰਾਣੇ ਵੀ, ਜਿਵੇਂ ਪੰਮੀ ਬਾਈ ਦਾ ਇੱਕ ਗਾਣਾ ਸੀਗਾ, ਦੋ ਚੀਜ਼ਾਂ ਜੱਟ ਮੰਗਦਾ,
ਘਰ ਦੀ ਸ਼ਰਾਬ ਜਾਂ ਬੰਦੂਕ 12 ਬੋਰ ਦੀ, ਜਾਂ ਇੱਕ ਹੋਰ ਗਾਣਾ ਸੀਗਾ ਵੀ ਬਠਿੰਡੇ ਵਾਲੇ ਰਫਲਾ ਰੱਖਣ ਦੇ ਸ਼ੌਂਕੀ। ਤਾਂ ਉਹ ਪੁਰਾਣੇ ਗਾਣੇ ਵੀ ਅੱਜ ਵੀ ਯੂਜ਼ ਹੁੰਦੇ ਆ, ਤੇ ਸੋਸ਼ਲ ਮੀਡੀਆ ਦਾ ਐਂਬਿਟ ਵੀ ਬਹੁਤ ਵੱਡਾ, ਜਿਹ 'ਚ ਮਿਊਜ਼ਿਕ ਲਾ ਕੇ ਰੀਲਾਂ ਬਣਾਈਆਂ ਜਾਂਦੀਆਂ ਨੇ ਟਿਕਟੌਕ ਤੇ, ਇੰਸਟਾਗ੍ਰਾਮ ਤੇ, ਸਾਰਾ ਬ੍ਰਾਂਡਿੰਗ ਹੁੰਦਾ। ਫਿਰ ਇਹ ਇਹਨਾਂ ਲਾਰਜ ਐਂਬਿਟ ਨੂੰ ਪੁਲਿਸ ਜਾਂ ਸਟੇਟ ਕਿਵੇਂ ਨਜਿੱਠੂਗੀ, ਕਿਵੇਂ ਲੋਕਾਂ ਨੂੰ? ਐਂ ਤਾਂ ਫਿਰ ਹਰ ਦੂਜੇ ਬੰਦੇ ਦੇ ਉੱਤੇ ਵੀ ਤਾਂ ਪਰਚਾ ਹੋ ਸਕਦਾ, ਕਿਉਂਕਿ ਆਮ ਤੌਰ ਤੇ ਜਿਹੜੇ ਬੱਚੇ ਨੇ ਉਹ ਜ਼ਿਆਦਾਤਰ ਗੀਤ ਲਾਉਂਦੇ ਨੇ, ਪਿੱਛੇ ਮਿਊਜ਼ਿਕ ਦਿੰਦੇ ਆਪਣੀ ਫੋਟੋਜ਼ ਦੇ ਨਾਲ। ਨਹੀਂ, ਇਹ ਗੱਲ ਇਹ ਥੋੜਾ ਰੈਲੇਵੈਂਟ ਪੁਆਇੰਟ ਹੈ, ਕਿਉਂਕਿ ਇਹ ਨਾ ਬੜਾ ਇੱਕ ਟਿਕਲਿਸ਼ ਜਿਹਾ ਟਰਫ ਹੈ, ਇੱਕ ਗ੍ਰੇ ਏਰੀਆ ਹੈਗਾ ਇੱਥੇ ਮੇਰਾ ਵੀ ਥੋੜਾ ਵਿਚਾਰਧਾਰਾ ਇੱਥੇ ਥੋੜੀ ਜਿਹੀ ਵੱਖਰੀ ਹੁੰਦੀ ਹੈ। ਹਥਿਆਰਾਂ ਨੂੰ ਕਿਵੇਂ ਤੁਸੀਂ ਦਿੱਤਾ, ਅਲਾਟ ਕੀਤਾ, ਲਾਇਸੈਂਸ ਦਿੱਤੇ। ਅੱਜ ਵੀ ਮੈਂ ਮੰਨਦਾ ਪੰਜਾਬ ਦੇ ਜੋ ਹਾਲਾਤ ਚੱਲਦੇ ਪਏ ਨੇ, ਮੈਨੂੰ ਲੱਗਦਾ ਵੀ ਲਾਇਸੈਂਸਾਂ ਨੂੰ ਤਾਂ ਲੋਕਾਂ ਨੂੰ ਹੋਰ ਦੇਣ ਦੀ ਲੋੜ ਹੈ। ਮਤਲਬ ਆਈ ਵਿਲ ਗੋ ਦੀ ਡਿਫਰੈਂਟ ਵੇ। ਤੁਸੀਂ ਜੇ ਗਲਤ ਲਾਇਸੈਂਸ ਵੰਡੇ ਨੇ, ਗਲਤ ਪ੍ਰਕਿਰਿਆ, ਗਲਤ ਨੀਅਤ ਦੇ ਨਾਲ ਬੇਲੋੜੇ ਲਾਇਸੈਂਸ ਵੰਡਦੇ ਨੇ ਲੋਕਾਂ ਨੇ, ਆਪਣੀ ਕਹਿੰਦੇ ਵੀ ਆਪਣੀ ਚੌਧਰ ਵਿਖਾਉਣ ਲਈ ਹਥਿਆਰ ਲੈ ਲਿਆ, ਉਹੋ ਜੀ ਸਾਰੀ ਐਕਸਰਸਾਈਜ਼ ਨੂੰ ਤਾਂ ਤੁਸੀਂ ਕਟੇਲ ਕਰੋ। ਲੇਕਿਨ ਬਹੁਤ ਸੇ ਲੋਕ ਜੈਨੂਇਨ ਲੋਕ ਨੇ ਜਿਨ੍ਹਾਂ ਨੂੰ ਖਤਰਾ ਹੈ, ਜਿਹੜੇ ਲੋਕਾਂ ਨੂੰ ਤੁਸੀਂ ਮੰਨੋ ਵੀ ਇੰਨੀਆਂ ਫਿਰੌਤੀਆਂ ਦੀਆਂ ਜਾਂ ਰੰਗਦਾਰੀਆਂ ਦੀ ਵਸੂਲੀ ਦੀ ਕਾਲ ਆਉਂਦੀ ਹੈ, ਤੇ ਪੁਲਿਸ ਅਕਸਰ ਲੋਕਾਂ ਨੂੰ ਕਹਿੰਦੀ ਹੈ ਕਿ ਜੀ ਤੁਸੀਂ ਆਪਣਾ ਇੰਤਜ਼ਾਮ ਖੁਦ ਕਰੋ, ਜਾਂ ਪੁਲਿਸ ਕਹਿੰਦੀ ਵੀ ਆਪਣਾ ਧਿਆਨ ਰੱਖਿਓ। ਬਹੁਤ ਸੇ ਲੋਕ ਜੋ ਗੱਲ ਕਰਦੇ ਸਾਡੇ ਨਾਲ, ਉਹ ਦੱਸਦੇ ਨੇ ਵੀ ਮੈਨੂੰ ਫਲਾਂ ਗੈਂਗਸਟਰ ਨੇ, ਕਿਸੇ ਨੇ ਲੰਡੇ ਹਰੀਕੇ ਨੇ ਧਮਕੀ ਦੇਤੀ, ਕਿਸੇ ਨੂੰ ਅਰਸ਼ ਡਾਲੇ ਨੇ ਧਮਕੀ ਦੇਤੀ। ਉਹ ਕਹਿੰਦੇ ਜਦੋਂ ਪੁਲਿਸ ਕੋਲ ਜਾਓ, ਪੁਲਿਸ ਕਹਿੰਦੀ ਤੁਸੀਂ ਆਪਣਾ ਬਚਾਅ ਰੱਖੋ। ਤੇ ਫਿਰ ਪੁੱਛਿਆ ਵੀ ਕੁਝ ਲੋਕਾਂ ਨੇ ਵੀ ਬਚਾਅ ਕਿਵੇਂ ਰੱਖੀਏ, ਫਿਰ ਪੁਲਿਸ ਚਲੋ ਕਹਿੰਦੇ ਤੁਹਾਨੂੰ ਗਨ ਲਾਇਸੈਂਸ ਅਲਾਟ ਕਰ ਦਿੰਦੇ ਨੇ। ਇਹ ਹੁੰਦਾ ਹੈ। ਸੋ ਇਹੋ ਜਿਹੇ ਬਹੁਤ ਸੇ ਲੋਕ ਹੈ ਜਾਂ ਹੋਣਗੇ ਜਿਨ੍ਹਾਂ ਨੂੰ ਪੁਲਿਸ ਮੁਲਾਜ਼ਮ ਨਹੀਂ ਦਿੱਤੇ ਜਾ ਸਕਦੇ, ਉਹਨਾਂ ਨੂੰ ਸਿਕਿਉਰਿਟੀ ਦੀ ਲੋੜ ਹੈ, ਜਾਂ ਉਹਨਾਂ ਨੂੰ ਘੱਟੋ ਘੱਟ ਆਪਣੇ ਹਥਿਆਰ ਰੱਖਣ ਦੀ ਇਜਾਜ਼ਤ ਹੋਵੇ। ਹੁਣ ਉਹ ਵੀ ਵਿਚਾਰੇ ਸਾਰੇ ਦੇ ਨਾਲ ਮੈਨੂੰ ਲੱਗਦਾ ਉਹਨਾਂ ਲਈ ਵੀ ਥੋੜਾ ਔਖਾ ਹੋ ਜਾਏਗਾ, ਕਿਉਂਕਿ ਅਸੀਂ ਹਥਿਆਰਾਂ ਦੇ ਲਾਇਸੈਂਸ ਨੂੰ ਇੱਕ ਪ੍ਰਿਵਿਲੇਜ ਬਣਾ ਕੇ ਰੱਖਿਆ ਹੋਇਆ ਹੈ। ਇੱਥੇ ਹੀ ਇੱਕ ਰਸੂਖਦਾਰ ਬੰਦੇ ਦਾ ਜਾਂ ਇੱਕ ਧਨਾੜ ਬੰਦੇ ਹੀ ਅਫੋਰਡ ਕਰ ਸਕਦਾ ਹਥਿਆਰ ਦੇ ਲਾਇਸੈਂਸ ਲੈਣਾ। ਇਸੇ ਕਰਕੇ ਜਿਹੜੇ 4 ਲੱਖ ਲਾਇਸੈਂਸ ਵੰਡੇ ਨੇ, ਉਹਨਾਂ ਚੋਂ ਜ਼ਿਆਦਾਤਰ ਅਸੀਂ ਅਜਿਹੇ ਲੋਕਾਂ ਨੂੰ ਦੇ ਦਿੱਤੇ ਜਿਨ੍ਹਾਂ ਨੂੰ ਸ਼ਾਇਦ ਲੋੜ ਵੀ ਨਹੀਂ ਹੈ, ਜਿਨ੍ਹਾਂ ਨੇ ਵਿਆਹਾਂ ਦੇ ਵਿੱਚ ਹਵਾ ਤੇ ਗੋਲੀਆਂ ਚਲਾਉਣੀਆਂ ਤੇ ਆਪਣੀ 4 ਰਿਸ਼ਤੇਦਾਰਾਂ ਦੇ ਅੱਗੇ ਠੁੱਕ ਬਣਾਉਣੀ ਹੈ। ਇੰਨਾ ਕਰੌਲਾ ਹੈਗਾ। ਜਿੱਥੇ ਗੱਲ ਆ ਜਾਂਦੀ ਹੈ ਕਿ ਅੱਗੇ ਇਸ ਤੋਂ ਅੱਗੇ ਵੀ ਆਪਾਂ ਹੋਰ ਲੋਕਾਂ ਨੂੰ ਹਥਿਆਰ ਦਈਏ, ਲੋੜੀਂਦੇ ਹਥਿਆਰ ਤਾਂ ਇਸ ਵਕਤ ਵੰਡਣ ਦੀ ਲੋੜ ਹੈ। ਵੀ ਨੀਡ ਟੂ ਗਿਵ ਮੋਰ ਲਾਇਸੈਂਸਿਸ। ਜੇ ਜਥੇਦਾਰ ਸਾਹਿਬ ਨੇ ਕਿਹਾ, ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ, ਮੈਂ ਉਸ ਗੱਲਬਾਤ ਨੂੰ ਕੁਝ ਪੁਆਇੰਟ ਆਫ ਵਿਊ ਤੋਂ ਰੈਲੇਵੈਂਟ ਮੰਨਦਾ, ਕਿਉਂਕਿ ਉਹਨਾਂ ਨੇ ਇੱਕ ਧਾਰਮਿਕ ਪੱਖੋਂ ਗੱਲ ਕੀਤੀ ਹੈ। ਮੈਂ ਉਸ ਨੂੰ ਇੱਕ ਲੌਜੀਕਲ ਪੱਖੋਂ, ਪ੍ਰੈਕਟੀਕਲ ਪੱਖੋਂ ਵੇਖਦਾ ਵੀ ਨਹੀਂ, ਜਿਸ ਸੜਕਾਂ ਦੇ ਉੱਤੇ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਮਾਰਿਆ ਜਾ ਰਿਹਾ, ਪੁਲਿਸ ਦੀ ਗਾਰ ਦੇ ਵਿੱਚ ਨਹੀਂ ਕਿਸੇ ਨੂੰ ਛੱਡਿਆ ਜਾ ਰਿਹਾ, ਪੁਲਿਸ ਵਾਲੇ ਉਸ ਬੰਦੇ ਨੂੰ ਬਚਾਉਣ ਨਹੀਂ ਆਏ। ਤੁਸੀਂ ਇਮੇਜਿਨ ਕਰੋ, ਸੁਧੀਰ ਸੂਰੀ ਨੂੰ ਪੁਲਿਸ ਵਾਲੇ ਨੇ ਕਿਸੇ ਨੇ ਨਹੀਂ ਬਚਾਇਆ। ਸੋ ਉਸ ਹਾਲਾਤ ਦੇ ਵਿੱਚ ਇੱਕ ਆਮ ਆਦਮੀ ਦੇ ਮਨ ਦੇ ਵਿੱਚ ਸਵਾਲ ਹੀ ਹੋਏਗਾ ਕਿ ਮੇਰੇ ਕੋਲ ਆਪਣਾ ਵੈਪਨ ਹੈ, ਘੱਟੋ ਘੱਟ ਮੈਂ ਆਪਣੇ ਲਈ ਤਾਂ ਹਥਿਆਰ ਚੱਕ ਸਕਦਾ ਨਾ, ਮੇਰੇ ਲਈ ਹੋਰ ਤਾਂ ਕਿਸੇ ਨੇ ਚੁੱਕਣਾ ਨਹੀਂ। ਪੰਜਾਬ ਦੇ ਪੋਲੀਟੀਸ਼ੀਅਨ ਨੇ, ਉਹ 50 ਜਾਂ 60 ਗਨਮੈਨ ਲੈ ਕੇ ਤੁਰਦੇ ਨੇਗੇ, ਤੇ ਉਹ ਵੀ ਲੋਕਾਂ ਨੂੰ ਚੁਭਣਗੇ ਵੀ ਸਾਡੇ ਤੋਂ ਤਾਂ ਵੈਪਨ ਲਈ ਜਾਂਦੇ ਨੇ, ਤੇ ਆਪ ਇੰਨੇ ਕਿਉਂ ਰੱਖੇ ਹੋਏ ਨੇ ਗਨਮੈਨ। ਬਿਲਕੁਲ ਇਹ ਗੱਲ ਬਿਲਕੁਲ ਰੈਲੇਵੈਂਟ ਹੈ, ਤੇ ਇਹ ਚੀਜ਼ ਸਵਾਲ ਖੜੇ ਕਰਦੀ ਵੀ ਹੈ, ਤੇ ਇਹ ਹੋਣੇ ਵੀ ਚਾਹੀਦੇ ਨੇ। ਲੇਕਿਨ ਜਿਹੜਾ ਤੁਹਾਡਾ ਦੂਸਰਾ ਪਹਿਲਾ ਸਵਾਲ ਸੀ, ਇਨਫੈਕਟ ਉਹ ਬੜਾ ਇੰਪੋਰਟੈਂਟ ਸਵਾਲ ਸੀ, ਕਿਉਂਕਿ ਉਹਦੇ 'ਚ ਅਸਲ ਗੱਲਬਾਤ ਇਹ ਹੈਗੀ ਕਿ ਜਿਹੜੇ ਗਾਣੇ ਹੈਗੇ, ਗੀਤ ਹੈਗੇ ਨੇ, ਹੁਣ ਇੱਥੇ ਥੋੜਾ ਜਿਹਾ ਪੁਆਇੰਟ ਇਹ ਆ ਜਾਂਦਾ ਕਿ ਅਸੀਂ ਚਾਹੁੰਦੇ ਕਿ ਹਥਿਆਰਾਂ ਉੱਤੇ ਗੀਤ ਨਾ ਬਣਨ, ਹਿੰਸਾ ਨੂੰ ਪ੍ਰਮੋਟ ਕਰਨ ਵਾਲੇ ਗੀਤ ਨਾ ਬਣਨ, ਫਿਲਮਾਂ ਵੀ ਨਾ ਬਣਨ, ਹਨਾ, ਇਹ ਤਰੀਕੇ ਗੱਲਾਂ ਬਾਤਾਂ ਕਰਦੇ ਆ। ਲੇਕਿਨ ਫਿਰ ਇੱਥੇ ਹੋਰ ਕਿਹੜੇ ਸਬਜੈਕਟਸ ਦੇ ਉੱਤੇ ਤੁਸੀਂ ਫਿਲਮਾਂ ਬਣਾਓਗੇ? ਕਲਾਕਾਰ ਤੇ ਫਨਕਾਰ ਕਰੇਗਾ ਕੀ? ਤੇ ਮੈਂ ਇਸ ਚੀਜ਼ ਨੂੰ ਮੰਨਦਾ ਕਿ ਸਾਨੂੰ ਕਲਾਕਾਰਾਂ ਨੂੰ, ਡਾਇਰੈਕਟਰਸ ਨੂੰ, ਫਨਕਾਰਾਂ ਨੂੰ ਇਸ ਚੀਜ਼ ਦੀ ਆਜ਼ਾਦੀ ਦੇਣੀ ਦੀ ਬਹੁਤ ਜ਼ਿਆਦਾ ਲੋੜ ਹੈ ਕਿ ਉਹ ਜਿਸ ਸਬਜੈਕਟ ਦੇ ਉੱਤੇ ਚਾਹਣ ਫਿਲਮ ਬਣਾਉਣ। ਇਹ ਉਹਨਾਂ ਦੀ ਆਪਣੀ ਜ਼ਿੰਮੇਵਾਰੀ ਹੈ ਕਿ ਉਹ ਅਸੀਂ ਰੋਕ ਨਹੀਂ ਸਕਦੇ। ਤੁਸੀਂ ਬਾਹਰਲੀਆਂ ਫਿਲਮਾਂ ਨੂੰ ਪੰਜਾਬ ਦੇ ਵਿੱਚ ਵੇਖਣ ਤੋਂ ਰੋਕ ਨਹੀਂ ਸਕਦੇ, ਤੁਸੀਂ ਨਾਰਕੋਸ ਨਹੀਂ ਇੱਥੇ ਰੋਕ ਸਕਦੇ, ਤੁਸੀਂ ਅਲ ਚਾਪੋ ਨਹੀਂ ਇੱਥੇ ਰੋਕ ਸਕਦੇ, ਤੁਸੀਂ ਗੈਂਗਸ ਆਫ ਵਾਸੇਪੁਰ ਨਹੀਂ ਇੱਥੇ ਰੋਕ ਸਕਦੇ। ਇੰਨੀਆਂ ਫਿਲਮਾਂ ਬਣਨਗੀਆਂ, ਹਥਿਆਰ ਉਹਨਾਂ ਵਿੱਚ ਵੀ ਦਿਖਦੇ ਨੇ। ਤੁਸੀਂ ਜਦੋਂ ਫਿਲਮਾਂ ਬਣਾਉਣ ਤੇ ਰੋਕ ਲਾ ਦੋਗੇ, ਤੁਸੀਂ ਕਹੋਗੇ ਤੁਸੀਂ ਗਾਣੇ ਅਜਿਹੇ ਨਹੀਂ ਬਣਾਣੇ। ਮੈਨੂੰ ਲੱਗਦਾ ਵੀ ਉਹ ਕਿਤੇ ਨਾ ਕਿਤੇ ਤੁਹਾਡੇ ਕ੍ਰੀਏਟਿਵ ਐਕਸਪ੍ਰੈਸ਼ਨ ਨੂੰ ਰੋਕਦੀ ਵੀ ਗੱਲਬਾਤ ਹੈ। ਥੋੜੀ ਕੰਟਰਾਡਿਕਸ਼ਨ ਜ਼ਰੂਰ ਲੱਗਦੀ ਹੈ, ਲੇਕਿਨ ਇਸ ਚੀਜ਼ ਬਾਰੇ ਕੋਈ ਅਜਿਹੀ ਸਟੱਡੀ ਨਹੀਂ ਹੈ ਜੋ ਕਿ ਇਹ ਕਹਿ ਸਕੇ ਵੀ ਜੇ ਹਥਿਆਰਾਂ ਜਾਂ ਹਿੰਸਾ ਦੇ ਉੱਤੇ ਕੋਈ ਫਿਲਮ ਬਣਦੀ ਪਈ ਹੈ, ਕੋਈ ਕ੍ਰੀਏਟਿਵ ਐਕਸਪ੍ਰੈਸ਼ਨ ਹੈ, ਤਾਂ ਉਹਦੇ ਨਾਲ ਜ਼ਰੂਰੀ ਲੋਕ ਹਥਿਆਰਾਂ ਵੱਲ ਆਕਰਸ਼ਿਤ ਹੁੰਦੇ ਆ। ਹਾਂ, ਇਹ ਸਾਡੀ ਇੱਕ ਐਜੂਕੇਟ ਕਰਨ ਦੀ ਲੋੜ ਹੈ, ਇਸ ਨੂੰ ਐਨਫੋਰਸ ਕਰਨ ਦੀ ਲੋੜ ਹੈ ਕਿ ਗੀਤ ਸੰਗੀਤ ਕੋਈ ਕਿਹੋ ਜਿਹਾ ਬਣਾਏ, ਲੇਕਿਨ ਤੁਸੀਂ ਜਿਹੜੇ ਕਾਨੂੰਨ ਹੈਗੇ ਨੇ ਸਾਡੇ, ਉਹਨਾਂ ਨੂੰ ਅਸੀਂ ਲਾਗੂ ਕਰਨਾ। ਸਿੰਪਲ ਜੀ ਗੱਲ ਇਹ ਹੈ, ਕਾਨੂੰਨ ਕਹਿੰਦਾ ਕਿ ਜੇ ਤੁਸੀਂ ਹਥਿਆਰਾਂ ਦੀ ਨੁਮਾਇਸ਼ ਕਰੋਗੇ, ਤੁਸੀਂ ਹਵਾ ਦੇ ਵਿੱਚ ਫਾਇਰ ਕਰੋਗੇ, ਤੁਸੀਂ ਇਸ ਤਰੀਕੇ ਦੇ ਨਾਲ ਹਥਿਆਰਾਂ ਨੂੰ ਅਨਆਥੋਰਾਈਜ਼ਡ ਤਰੀਕੇ ਨਾਲ ਚੁੱਕਣਾ ਵੀ, ਹੁਣ ਲਾਇਸੈਂਸਿਸ ਦੀ ਵੀ ਕਈ ਗ੍ਰੇਡਸ ਹੈਗੇ ਨੇ, ਤੁਸੀਂ ਜ਼ਰੂਰੀ ਨਹੀਂ ਵੀ ਹਥਿਆਰਾਂ ਨੂੰ ਲੈ ਕੇ ਘੁੰਮ ਸਕਦੇ ਹੋ ਜਾਂ ਓਪਨਲੀ ਘੁੰਮ ਸਕਦੇ ਹੋ। ਸੋ ਉਹ ਲਾਜ਼ ਨੂੰ ਐਨਫੋਰਸ ਕਰਨ ਦੀ ਗੱਲ ਹੈ। ਬਾਕੀ ਗਾਣੇ ਜਾਂ ਹਿੰਸਾ ਦੇ ਜਿਹੜੇ ਗੀਤ ਹੈਗੇ ਜਾਂ ਫਿਲਮਾਂ ਦੇ ਵਿੱਚ ਤੁਸੀਂ ਕੀ ਡਿਪਿਕਟ ਕਰਾ ਰਹੇ ਹੋ, ਮੈਨੂੰ ਲੱਗਦਾ ਕਈ ਬੇਲੋੜੇ ਜੇ ਆਪਾਂ ਬੰਦਿਸ਼ਾਂ ਵੀ ਲਾ ਦਿੰਦੇ ਆ ਕਲਾਕਾਰਾਂ ਦੇ ਉੱਤੇ, ਤੇ ਉਹ ਫਿਰ ਸਾਡੀ ਇੰਡਸਟਰੀ ਨੂੰ ਮੈਨੂੰ ਲੱਗਦਾ ਹਿੱਟ ਕਰਦਾ। ਮੈਂ ਤੇ ਇਸ ਉੱਤੇ ਹਮੇਸ਼ਾ ਇਸ ਦਾ ਪੱਖ ਪੂਰਿਆ ਹੈਗਾ, ਜਾਂ ਮੈਂ ਇਸ ਚੀਜ਼ ਦਾ
ਮੋਢੀ ਰਿਹਾ ਹੈਗਾ ਵੀ ਤੁਸੀਂ ਕ੍ਰੀਏਟਿਵ ਫਰੀडम ਨੂੰ ਨਾ ਰੋਕੋ, ਤੁਸੀਂ ਕਲਾਕਾਰਾਂ ਨੂੰ, ਐਕਟਰਸ ਨੂੰ ਨਾ ਰੋਕੋ। ਤੁਸੀਂ ਇਹ ਨਾ ਕਹੋ ਵੀ ਉਹਨਾਂ ਦੀ ਫਿਲਮਾਂ ਬਣਾਉਣ ਦੇ ਕਾਰਨ ਤੁਹਾਡੇ ਸਮਾਜ ਦੇ ਵਿੱਚ ਹਿੰਸਾ ਹੈ। ਤੁਸੀਂ ਇਹ ਮੰਨੋ ਕਿ ਤੁਹਾਡੇ ਸਮਾਜ ਦੇ ਵਿੱਚ ਹਿੰਸਾ ਇਸ ਵਾਸਤੇ ਫਿਲਮਾਂ ਬਣਦੀਆਂ ਪਈਆਂ ਨੇ। ਤੁਸੀਂ ਮੰਨੋ ਕਿ ਤੁਹਾਡੇ ਸਮਾਜ ਦੇ ਵਿੱਚ ਵੈਪਨਸ ਨੇ, ਤੁਹਾਡੇ ਸਮਾਜ ਦੇ ਵਿੱਚ ਇਹ ਇੱਕ ਤੁਹਾਡਾ ਕਲਚਰ ਹੈ ਜਿਸ ਕਰਕੇ ਤੁਹਾਡੇ ਯੂਥ ਗਨਸ ਵੱਲ ਅਟਰੈਕਟ ਹੁੰਦੇ ਨੇ। ਹੁਣ ਤੁਸੀਂ ਉਸ ਨੂੰ ਇੱਕ ਲਾਰਜਰ ਇਸ਼ੂ ਦੇ ਨਾਲ ਜਾਂ ਲਾਰਜਰ ਪਲੈਨਿੰਗ ਦੇ ਤਹਿਤ ਉਸ ਨੂੰ ਕੰਟੇਲ ਕਰਨਾ ਹੈ, ਨਾ ਕਿ ਤੁਸੀਂ ਇੱਕ ਦੂਸਰੇ ਤੇ ਇਲਜ਼ਾਮ ਲਾ ਕੇ ਤੁਸੀਂ ਗਾਣੇ ਬਣਾਏ। ਇਹਦਾ ਉਹ ਮੁਰਗੀ ਤੇ ਅੰਡੇ ਵਾਲੀ ਗੱਲ ਹੋ ਗਈ। ਤੁਸੀਂ ਕਹੋ ਜੀ ਤੁਸੀਂ ਗਾਣੇ ਬਣਾਉਂਦੇ ਹੋ ਤਾਂ ਹਿੰਸਾ ਹੁੰਦੀ ਹੈ, ਉਹ ਕਹਿੰਦੇ ਜੀ ਹਿੰਸਾ ਪਹਿਲਾਂ ਹੋਈ ਹੈ, ਸਾਡੇ ਆਸ-ਪਾਸ ਐਡੀ ਹਿੰਸਾ ਹੋ ਰਹੀ ਹੈ, ਹੁਣ ਅਸੀਂ ਨਾ ਦਿਖਾਈਏ ਤਾਂ ਕੀ ਦਿਖਾਈਏ। ਸੋ ਇਹ ਇੱਕ ਕੰਟਰਾਡਿਕਸ਼ਨ ਹੈ ਤੇ ਡਿਬੇਟ ਚੱਲਣ ਵਾਲੀ ਹੈ, ਇਹ ਚੱਲਦੀ ਰਹੇਗੀ। ਲੇਕਿਨ ਮੈਨੂੰ ਲੱਗਦਾ ਕਿ ਠੀਕ ਹੈ, ਸਰਕਾਰ ਆਪਣੀ ਸਮਝ ਦੇ ਮੁਤਾਬਕ ਜੋ ਕਰ ਰਹੀ ਹੈ, ਜੇ ਉਸਦਾ ਮਕਸਦ ਠੀਕ ਹੈ ਤਾਂ ਉਸ ਨੂੰ ਆਪਾਂ ਇਨ ਸਟਰਾਈਡ ਲੈ ਲਾਂਗੇ। ਲੇਕਿਨ ਖਾਮਖਾਹ ਦੀ ਬੰਦਿਸ਼ਾਂ ਨਾ ਲੱਗਣ। ਹਾਂ, ਇਹ ਜਿਹੜੇ ਲੋਕ ਹੈਗੇ ਨੇ ਉਹਨਾਂ ਨੂੰ ਹਥਿਆਰਾਂ ਦੇ ਪ੍ਰਤੀ ਐਜੂਕੇਟ ਕਰਨਾ, ਉਹਨਾਂ ਦੀ ਜਾਣਕਾਰੀ 'ਚ ਵਾਧਾ ਕਰਨਾ। ਮੈਨੂੰ ਲੱਗਦਾ ਵੀ ਸਾਨੂੰ ਇੱਕ ਐਜੂਕੇਸ਼ਨ ਦੀ ਲੋੜ ਹੈ ਹਥਿਆਰਾਂ ਦੇ ਪ੍ਰਤੀ। ਸਾਨੂੰ ਉਸਦਾ ਇੱਕ ਜਿਹੜਾ ਇੱਕ ਹਥਿਆਰ ਨੂੰ ਚੁੱਕਣ ਦਾ, ਹਥਿਆਰ ਨੂੰ ਵਰਤਣ ਦਾ, ਹਥਿਆਰ ਨੂੰ ਰੱਖਣ ਦਾ, ਹਥਿਆਰ ਨੂੰ ਸਾਂਭਣ ਦਾ, ਹਥਿਆਰ ਨੂੰ ਸਮਝਣ ਦਾ ਵੀ ਹਥਿਆਰ ਦਾ ਪਰਪਸ ਕੀ ਹੈ। ਤੁਸੀਂ ਕਿਸੇ ਤਾਲਿਬਾਨ 'ਚ ਜਾਂ ਅਫਗਾਨਿਸਤਾਨ 'ਚ ਨਹੀਂ ਰਹਿ ਰਹੇ ਹੋ ਜਿੱਥੇ ਜੰਗ ਛਿੜੀ ਹੋਈ ਹੈ। ਤੁਸੀਂ ਇੱਕ ਪੀਸਫੁਲ ਕਮਿਊਨਿਟੀ ਵਿੱਚ ਰਹਿੰਦੇ ਹੋ। ਸੋ ਸਾਨੂੰ ਮੈਨੂੰ ਲੱਗਦਾ ਪੋਜ਼ਿਟਿਵਲੀ ਐਜੂਕੇਟ ਕਰੇ ਸਰਕਾਰ, ਚੰਗਾ ਹੋਏਗਾ। ਹਾਂ, ਇਹ ਰਿਵਿਊ ਜ਼ਰੂਰੀ ਸੀਗੇ, ਜਿਹੜੇ ਲਾਇਸੈਂਸਿੰਗ ਦੀ ਆਪਾਂ ਜਿਹੜਾ ਸਾਡਾ ਵਿਸ਼ਾ ਹੈ, ਇਹ ਚੀਜ਼ਾਂ ਬਹੁਤ ਜ਼ਰੂਰੀ ਸੀ। ਐਂਡ ਦੇਰ ਹੈ ਦੁਰਸਤ ਹੈ ਹੋ ਰਹੀਆਂ ਨੇ, ਚੰਗੀ ਗੱਲ ਹੈ। ਲੇਕਿਨ ਇਹ ਵੀ ਸਿਰਫ ਇਹ ਨਾ ਹੋਵੇ ਇੱਕ ਘਟਨਾ ਹੁੰਦੀ ਹੈ ਤੇ ਉਸ ਤੋਂ 2-4 ਹਫ਼ਤੇ ਬਾਅਦ ਥੋੜੀ ਜਿਹੀ ਗਰਮੀ ਵਿਖਾਉਂਦੇ ਨੇ, ਉਸ ਤੋਂ ਬਾਅਦ ਫਿਰ ਪਰਨਾਲਾ ਉੱਥੇ ਦਾ ਉੱਥੇ ਹੀ ਸਾਰਾ ਸਿਸਟਮ ਉਵੇਂ ਦਾ ਉਵੇਂ ਚੱਲੇ, ਦੈਟ ਵਿਲ ਬੀ ਅ ਸੈਟਬੈਕ। ਫਿਰ ਸਮਾਜ ਵਿੱਚ ਕੁਝ ਸੁਧਰਨ ਵਾਲਾ ਨਹੀਂ ਹੈ। ਇਹੀ ਮੇਰਾ ਅਗਲਾ ਸਵਾਲ ਸੀਗਾ ਵੀ ਆਮ ਤੌਰ ਤੇ ਸਰਕਾਰਾਂ ਇਹ ਜਿਹੜੇ ਲਾਈਮਲਾਈਟ ਵਾਲੇ ਪੰਪਸ ਜਿਹੜੇ ਹੈ ਡਿਸੀਜਨ ਲੈ ਲੈਂਦੇ ਨੇਗੇ ਤੇ ਉਸ ਤੋਂ ਬਾਅਦ ਉਸ ਤੋਂ ਅੱਗੇ ਥੋੜੇ ਦਿਨ ਕਾਰਵਾਈ ਵੀ ਹੁੰਦੀ ਹੈ, ਪਰ ਫਿਰ ਤੋਂ ਸਿਸਟਮ ਉਹੀ ਸਟੇਟਸ ਕੋ ਦੇ ਅੰਦਰ ਆ ਜਾਂਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣੀ ਸਰਕਾਰ ਵੇਲੇ ਇਹੀ ਗੱਲ ਕਹੀ ਸੀਗੀ ਵੀ ਇਹੋ ਜਿਹੇ ਗਾਣੇ, ਵਾਇਲੈਂਟ ਗੀਤ ਨਹੀਂ ਗਾਣੇ ਚਾਹੀਦੇ, ਜਾਂ ਹੋਰ ਵੀ ਸਰਕਾਰਾਂ ਕਹਿੰਦੀਆਂ ਰਹੀਆਂ ਨੇ। ਪਰ ਜਿਹੜੀ ਲਾਅ ਐਂਡ ਆਰਡਰ ਦੀ ਡਿਟੀਰੀਓਰੇਟ ਹੋਇਆ ਪੰਜਾਬ ਜਿਸ ਲੈਵਲ ਦੇ ਅੰਦਰ, ਤੇ ਪਿਛਲੇ 6 ਸਾਲ ਦੀ ਗੱਲ ਕਰ ਲਈ, ਜਿਸ ਤਰ੍ਹਾਂ ਕਤਲ ਹੋ ਰਿਹਾ ਸ਼ਰੇਆਮ, ਕੀ ਤੁਹਾਨੂੰ ਲੱਗਦਾ ਇਸ ਚੀਜ਼ ਤੋਂ ਸਿਰਫ ਪੱਲਾ ਝਾੜ ਰਹੀ ਹੈ ਸਰਕਾਰ ਇਹ ਫੈਸਲੇ ਨਾਲ ਵੀ ਥੋੜੇ ਦਿਨ ਕਾਰਵਾਈ ਕਰੋ, ਖਬਰਾਂ 'ਚ ਆਓ ਤੇ ਉਸ ਤੋਂ ਬਾਅਦ ਜਿਹੜਾ ਲੋਕ ਸ਼ਾਂਤ ਹੋ ਜਾਣਗੇ? ਪਰ ਓਵਰਆਲ ਜਿਹੜਾ ਅੰਡਰ ਕਰੰਟ ਮਾਹੌਲ ਹੈ ਉਹ ਹਜੇ ਵੀ ਪੈਨਿਕਡ ਨੇ, ਲੋਕ ਇਨਸਿਕਿਉਰ ਨੇ ਆਪਣੀ ਸਿਕਿਉਰਿਟੀ ਨੂੰ ਲੈ ਕੇ। ਬਿਲਕੁਲ, ਤੁਹਾਡੀ ਗੱਲ ਠੀਕ ਹੈ। ਸਰਕਾਰਾਂ ਨੇ ਸਿਰਫ ਦਿਖਾਵਾ ਕਰਨਾ ਹੁੰਦਾ, ਜੋ ਮੈਂ ਮਹਿਸੂਸ ਕਰਦਾ ਵੀ ਇੱਕ ਜਿਹਨੂੰ ਕਹਿੰਦੇ ਵੀ ਅੱਖਾਂ ਨੂੰ ਦਿਸਣ ਵਾਲੀ ਤੇ ਕੰਨਾਂ ਨੂੰ ਸੁਣਨ ਵਾਲੀ ਕੋਈ ਅਜਿਹੀ ਗੱਲ ਕਰ ਦੋ ਤੇ ਠੀਕ ਹੈ। ਇਸ ਵਕਤ ਉਹ ਥੋੜੀ ਹੋਰ ਤਰਕਸੰਗਤ ਲੱਗ ਰਹੀ ਹੈ, ਰੈਲੇਵੈਂਟ ਲੱਗ ਰਹੀ ਹੈ ਸੁਧੀਰ ਸੂਰੀ ਦੀ ਵਾਰਦਾਤ ਤੋਂ ਬਾਅਦ ਜਾਂ ਹੋਰ ਕਈ ਵਾਰਦਾਤਾਂ ਤੋਂ ਬਾਅਦ। ਲੇਕਿਨ ਉਹ ਗੱਲ ਤੁਹਾਡੀ ਠੀਕ ਹੈ, ਪਿਛਲੇ 6 ਸਾਲ ਤੋਂ ਨਹੀਂ, ਪਿਛਲੇ ਤਕਰੀਬਨ 20-21 ਸਾਲਾਂ ਤੋਂ ਜਾਂ ਇਸ ਤੋਂ ਵੀ ਪਹਿਲਾਂ ਹੋ ਸਕਦਾ ਹੈ। ਲੇਕਿਨ ਮੈਂ ਤਾਂ 2005-6 ਤੋਂ ਬਾਅਦ ਦਾ ਮੈਂ ਜੇ ਸਿਨਾਰੀਓ ਦੇਖਾਂ ਤਾਂ ਆਰਗੇਨਾਈਜ਼ਡ ਕ੍ਰਾਈਮ 'ਚ ਵਾਧਾ ਹੋਇਆ ਹੈ। ਤੁਸੀਂ ਦੇਖਿਆ ਕਿੰਨੇ ਗੈਂਗਸਟਰ ਸਾਰੇ ਤੁਸੀਂ ਖੁਦ ਐਗਜ਼ਾਮਿਨ ਕੀਤੇ ਨੇ। ਸੋ ਇਹ ਹਾਲਾਤ ਤਾਂ ਉਹੀ ਨੇ। ਜੇਲ੍ਹ ਬ੍ਰੇਕਾਂ ਹੋਈਆਂ ਨੇ ਇੱਥੇ, ਵੱਡੇ ਵੱਡੇ ਨਾਭਾ ਜੇਲ੍ਹ 2016 'ਚ ਟੁੱਟੀ ਹੈ, ਉਸ ਵਕਤ ਸਰਕਾਰ ਹੋਰ ਸੀ। ਉਸ ਤੋਂ ਪਹਿਲਾਂ ਵੀ ਗੈਂਗਸਟਰ ਮਾਰਦੇ ਰਹੇ, ਇਹ ਸਾਰਾ ਸਿਸਟਮ ਰਿਹਾ। ਹੁਣ ਠੀਕ ਹੈ, ਸੋਸ਼ਲ ਮੀਡੀਆ 2016-17 ਤੋਂ ਬਾਅਦ ਜਦ ਤੋਂ ਸੋਸ਼ਲ ਮੀਡੀਆ ਹੈ, ਇਹ ਸਾਰੀ ਚੀਜ਼ਾਂ ਜ਼ਿਆਦਾ ਮੈਗਨੀਫਾਈ ਹੋ ਕੇ ਦਿਸਦੀਆਂ ਨੇ, ਛੋਟੀ ਵੀ ਘਟਨਾ ਬੜੀ ਵੱਡੀ ਹੋ ਕੇ ਦਿਸ ਜਾਂਦੀ ਹੈ। ਲੇਕਿਨ ਇਹ ਫੈਕਟ ਹੈ ਕਿ ਤਮਾਮ ਚੀਜ਼ਾਂ ਨੂੰ ਸਮਝਣ ਦੇ ਬਾਵਜੂਦ ਉਹ ਗੱਲਾਂ ਨੂੰ ਰਿਪੀਟ ਕੀਤਾ ਜੋ ਹੁਣ ਅੱਜ ਭਗਵੰਤ ਮਾਨ ਸਰਕਾਰ ਕਹਿ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਵੀ 3 ਸਾਲ ਪਹਿਲਾਂ ਕਹਿ ਰਹੇ ਸੀ। ਫਿਲਮ ਸ਼ੂਟਰ ਤੁਹਾਨੂੰ ਯਾਦ ਹੋਏਗਾ ਬੈਨ ਕਰਤੀ ਗਈ ਸੀਗੀ ਵੀ ਇਹ ਗੈਂਗਸਟਰਾਂ ਦੇ ਉੱਤੇ ਬਣੀ ਫਿਲਮ ਹੈ, ਇਸ ਨੂੰ ਚੱਲਣ ਨਹੀਂ ਦੇਣਾ, ਹਨਾ। ਸੋ ਇਸ ਤਰੀਕੇ ਦੀ ਬੇਲੋੜੀਆਂ ਜਿਹੀਆਂ ਗੱਲਾਂ ਬਾਤਾਂ ਉਹਨਾਂ ਨੇ ਵੀ ਕੀਤੀਆਂ। ਲੇਕਿਨ ਅੱਜ ਉੱਥੇ ਦੀ ਉੱਥੇ ਸਥਿਤੀ ਹੈ ਤੇ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਦੇ ਵਿੱਚ ਵੀ ਗੈਂਗਸਟਰ ਸੀ, ਉਹਨਾਂ ਦੇ ਸਮੇਂ ਦੇ ਵਿੱਚ ਵੀ ਸਭ ਹੋ ਰਿਹਾ ਸੀ, ਧਰਪਕੜ ਵੀ ਹੋ ਰਹੀ ਹੈ। ਮੈਂ ਨਹੀਂ ਕਹਿੰਦਾ ਕਿ ਸਿਰਫ ਗੈਂਗਸਟਰਾਂ ਨੂੰ ਸਰਕਾਰਾਂ ਚੁੱਕ ਹੀ ਰਹੀਆਂ ਨੇ ਜਾਂ ਸਰਕਾਰਾਂ ਉਹਨਾਂ ਨੂੰ ਇੱਕ ਫ੍ਰੀ ਫੀਲਡ ਦੇ ਰਹੀਆਂ ਨੇ, ਸਭ ਕੁਝ ਕਰ ਰਹੇ ਨੇ, ਲੇਕਿਨ ਕੰਟਰੋਲ ਨਹੀਂ ਚੀਜ਼ਾਂ ਹੋ ਪਾ ਰਹੀਆਂ। ਸੋ ਜੇ ਕੰਟਰੋਲ ਨਹੀਂ ਹੋ ਪਾ ਰਿਹਾ ਤਾਂ ਤੁਹਾਨੂੰ ਆਪਣੀ ਥੋੜੀ ਸਟ੍ਰੈਟਜੀ ਬਦਲਣ ਦੀ ਲੋੜ ਹੈ, ਕਿਉਂਕਿ ਸ਼ਾਇਦ ਸਰਕਾਰਾਂ ਕੋਲ ਹੈ ਨਹੀਂ ਉਹੀ ਕੋਈ ਆਊਟ ਆਫ ਬਾਕਸ ਆਈਡੀਆ ਨਹੀਂ ਹੈ, ਉਹੀ ਪੁਰਾਣੀਆਂ ਗੱਲਾਂ ਬਾਤਾਂ ਨੂੰ ਰਿਪੀਟ ਕਰ ਦਿੰਦੇ ਆ। ਥੋੜੇ ਜਿਹੇ ਬਿਊਰੋਕ੍ਰੈਟਿਕ ਮਾਈਂਡਸ ਨੇ, 2-4 ਅਫਸਰ ਹੁੰਦੇ ਨੇ, ਸਲਾਹਕਾਰ ਅਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਜ਼ਿਆਦਾ ਤਜਰਬੇ ਨਹੀਂ ਹੈਗੇ ਨੇ। ਐਂ ਲੱਗਦਾ ਵੀ ਰਟੀ ਰਟਾਈਆਂ ਗੱਲਾਂ ਨੇ ਕਿ ਹੁਣ ਲਾਇਸੈਂਸੀ ਵੈਪਨ ਹੋਇਆ ਤਾਂ ਆਪਾਂ ਲਾਇਸੈਂਸ ਰਿਵਿਊ ਕਰ ਦਿੰਦੇ ਹਾਂ। ਚਲੋ ਚੰਗੀ ਗੱਲ ਹੈ, ਕਰੋ ਜੀ ਰਿਵਿਊ। ਜਿਹੜੇ ਮਾੜੇ ਦਿੱਤੇ ਹੋਏ ਨੇ ਲਾਇਸੈਂਸ ਉਹ ਤਾਂ ਰਿਵਿਊ ਤੁਹਾਨੂੰ ਕਰਨੇ ਹੀ ਪੈਣਗੇ, ਕਰਨੇ ਚਾਹੀਦੇ ਨੇ। ਲੇਕਿਨ ਮੈਂ ਤਾਂ ਕਹਿੰਦਾ ਕਿ ਤੁਸੀਂ ਜਥੇਦਾਰ ਸਾਹਿਬ ਦੀ ਵੀ ਗੱਲ ਨੂੰ ਸੁਣੋ ਤੇ ਤੁਸੀਂ ਆਪਣੀ ਜ਼ਮੀਨੀ ਹਕੀਕਤ ਵੀ ਸਮਝੋ। ਮੈਨੂੰ ਲੱਗਦਾ ਤੁਸੀਂ ਜਿੰਨੇ ਲਾਇਸੈਂਸ ਕੈਂਸਲ ਕਰਨੇ ਨੇ ਉਸ ਤੋਂ ਬਾਅਦ ਤੁਹਾਨੂੰ ਦੇਣੇ ਚਾਹੀਦੇ ਨੇ, ਲੇਕਿਨ ਸਹੀ ਜਗ੍ਹਾ ਤੇ ਵੈਲ ਟਾਰਗੇਟਡ ਉਹਨਾਂ ਲੋਕਾਂ ਨੂੰ ਦਿਓ ਜਿਹੜੇ ਕਿ ਉਹ ਜਿਨ੍ਹਾਂ ਨੂੰ ਦੀ ਲੋੜ ਹੈ ਸਭ ਤੋਂ ਪਹਿਲਾਂ, ਤੇ ਜਿਹੜੇ ਕਿ ਉਹਨਾਂ ਨੂੰ ਰੱਖਣ ਦੇ ਸਮਰੱਥ ਨੇ। ਤੇ ਜੇ ਸਮਰੱਥ ਕਾਬਲੀਅਤ ਹੈ ਤਾਂ ਫਿਰ ਉਹ ਲਾਇਸੈਂਸ ਮਿਲਣਾ ਚਾਹੀਦਾ ਹੈ, ਐਂਡ ਕੀਪਿੰਗ ਅ ਥ੍ਰੈਟ ਪਰਸੈਪਸ਼ਨ ਇਨ ਮਾਈਂਡ। ਸੋ ਉਹਦੇ ਵਿੱਚ ਕੋਈ ਦੋਰਾਵਾ ਨਹੀਂ, ਉਹ ਗੱਲ ਤੁਹਾਡੀ ਠੀਕ ਹੈ। ਸਰਕਾਰਾਂ ਉਹੀ ਲੀਹ ਦੇ ਉੱਤੇ ਤੁਰਦੀਆਂ ਪਈਆਂ ਨੇ, ਰਟੇ ਰਟਾਏ ਸਟੈਂਡਰਡ ਜੇ ਇਹਨਾਂ ਦੇ ਰਿਸਪੌਂਸਿਸ ਹੁੰਦੇ ਨੇ। ਕੋਈ ਵਾਰਦਾਤ ਹੋਵੇ, ਤੁਸੀਂ ਦੇਖੋਗੇ ਕਦੀ ਕੋਈ ਵੱਡੀ ਵਾਰਦਾਤ ਹੋਵੇ ਤਾਂ ਸੁਰੱਖਿਆ ਨੂੰ ਵਧਾ ਦਿੱਤਾ ਜਾਂਦਾ ਹੈ,
ਉਹਦੀ ਲੋੜ ਨਹੀਂ ਹੁੰਦੀ, ਪਤਾ ਹੁੰਦਾ ਵੀ ਵਾਰਦਾਤ ਹੋ ਚੁੱਕੀ ਹੈ, ਉਸ ਤੋਂ ਬਾਅਦ ਤੁਸੀਂ ਕਹੋ ਜੀ ਸੁਰੱਖਿਆ ਬਹੁਤ ਸਖਤ ਕਰਤੀ ਗਈ ਹੈ। ਹੁਣ ਤਾਂ ਕੰਮ ਹੋ ਗਿਆ ਤਾਂ ਸੁਰੱਖਿਆ ਕਾਹਦੀ ਸਖਤ ਕਰਨੀ। ਸੋ ਇਹ ਤਾਂ ਚੀਜ਼ਾਂ ਪਹਿਲਾਂ ਸਮਝਣ ਦੀ ਲੋੜ ਹੈ। ਜਿਹਨੂੰ ਕਹਿੰਦੇ ਨੇ ਵੀ ਜਿਹੜਾ ਇਸ਼ਾਰਾ ਹੁੰਦਾ ਹੈ, ਉਹ ਇਸ਼ਾਰੇ ਪਹਿਲਾਂ ਮਿਲਣੇ ਸ਼ੁਰੂ ਹੋ ਜਾਂਦੇ। ਕਿਸੇ ਵੱਡੀ ਵਾਰਦਾਤ ਤੋਂ ਪਹਿਲਾਂ ਇਸ਼ਾਰੇ ਆ ਰਹੇ ਹੁੰਦੇ ਨੇ। ਅਸੀਂ ਜਦੋਂ ਉਹਨਾਂ ਇਸ਼ਾਰਿਆਂ ਨੂੰ ਇਗਨੋਰ ਕਰ ਦਿੰਦੇ ਹਾਂ ਤਾਂ ਫਿਰ ਉਹ ਫਿਰ ਘਟਨਾ ਹੁੰਦੀ ਹੈ, ਤੇ ਘਟਨਾ ਹੋਣ ਤੋਂ ਬਾਅਦ ਅਸੀਂ ਉਹ ਸਾਰੇ ਕਰੈਕਟਿਵ ਸਟੈਪਸ ਲੈਣੇ ਸ਼ੁਰੂ ਕਰਦੇ ਹਾਂ, ਜੋ ਕਿ ਹੁਣ ਸਰਕਾਰ ਲੈ ਰਹੀ ਹੈ। ਸੋ ਇਹ ਕਰੈਕਟਿਵ ਸਟੈਪਸ ਕਈ ਮਹੀਨੇ ਪਹਿਲਾਂ ਵੀ ਲਏ ਜਾ ਸਕਦੇ ਸੀਗੇ, ਲੇਕਿਨ ਅਨਫੋਰਚੂਨੇਟਲੀ ਨਹੀਂ ਲਏ ਗਏ, ਤੇ ਹੁਣ ਇੰਨੀਆਂ ਵਾਰਦਾਤਾਂ ਹੋ ਗਈਆਂ। ਗੋਡ ਨੋਜ਼ ਕੀ ਅੱਗੇ ਹੋਰ ਕੀ ਵੇਖਣਾ ਬਾਕੀ ਹੈ ਪੰਜਾਬ ਵਿੱਚ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਰਿਤੇਸ਼ ਲੱਖੀ ਜੀ। ਧੰਨਵਾਦ ਜੀ, ਸ਼ੁਭਕਰਮਨ ਜੀ, ਥੈਂਕ ਯੂ ਸੋ ਮਚ।